ਜਦੋਂ ਬਿੱਲ ਲਿਆਂਦੇ ਗਏ, ਕਹਿਣ ਦਾ ਮਤਲਬ ਇਹ ਸ਼ੰਕਾਵਾਂ ਸ਼ਾਇਦ ਪਹਿਲਾਂ ਹੀ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ, ਤਾਈਓ ਬਿੱਲ ਨਹੀਂ ਪਹਿਲਾਂ ਜਾਂ ਫਿਰ ਕੈਪਟਨ ਦੀ ਮੰਨ ਲਈਏ ਕਿ ਟਾਈਮ ਬਹੁਤ ਘੱਟ ਸੀਗਾ, ਦਿੱਤਾ ਨਹੀਂ ਜਾ ਸਕਿਆ। ਕੈਪਟਨ ਨੂੰ ਸਾਰਾ ਕੁਝ ਪਤਾ ਸੀ। 2-3 ਦਿਨ ਪਹਿਲੇ, ਹਫ਼ਤਾ ਪਹਿਲੇ MLA ਨੂੰ ਭੇਜੇ ਜਾਂਦੇ ਆ ਕਿ ਤੁਸੀਂ ਪੜ੍ਹ ਲਓ ਤੇ ਜਦੋਂ ਐਕਟ ਆਊਗਾ ਤੁਸੀਂ ਉਹਦੇ ਤੇ ਬਹਿਸ ਕਰ ਸਕੋ, ਆਪਣੇ ਸੁਝਾਅ ਦੇ ਸਕੋ। ਪਹਿਲੀ ਵਾਰ ਹੈ ਅਸੀਂ ਵਿਧਾਨ ਸਭਾ ਸੈਸ਼ਨ ਹੋਇਆ, ਅਸੀਂ MLA ਨੇ ਲਿਖਿਆ, ਸਾਡੀ ਪਾਰਟੀ ਲਿਖਿਆ ਕੈਪਟਨ ਸਾਹਿਬ ਕੀ ਸਪੀਕਰ ਨੂੰ ਕਿ ਸਾਨੂੰ ਇਹਦੇ ਬਿੱਲ ਦੀ ਕਾਪੀ ਦਿਓ, ਕਹਿੰਦੇ ਨਹੀਂ ਦੇਣੀ ਹੈ। ਕਹਿੰਦੇ ਜਿਹੜੇ ਇਹਨਾਂ ਨੇ ਐਕਟ ਬਣਾਏ ਨੇ, ਜਿਹੜੀ ਗੱਲ ਤੁਸੀਂ ਡਿਮਾਂਡ ਲਗਾਤਾਰ ਕਰ ਰਹੇ ਹੈਗੇ ਹੋ 2017 ਵਾਲੇ, ਉਹ ਕਹਿੰਦੇ ਇਹਨੂੰ ਰੱਦ ਕਰੋ ਕਿਉਂਕਿ ਉਹ ਵੀ ਸਹੀ ਨਹੀਂ ਹੈਗੇ। ਤੇ ਜਿਹੜੇ ਹੁਣ ਜੇ ਦੇਖਿਆ ਜਾਵੇ ਹੁਣ ਸਥਿਤੀ ਕੀ ਬਣ ਗਈ ਜੀ, ਪਹਿਲਾਂ ਤਾਂ ਇਕੱਲਾ ਕੇਂਦਰ ਦੇ ਕਾਨੂੰਨਾਂ ਦੇ ਉਲਟ ਸੀਗੇ, ਕਿਸਾਨ ਨੂੰ ਲੱਗਦਾ ਨਹੀਂ ਵੀ ਸ਼ਾਇਦ ਭੰਬਲਪੁਰ ਸਹੀ ਪੈ ਗਿਆ, ਤਾਂ ਵੀ ਇਹ ਕੀ ਹੋਇਆ, ਫਾਇਦਾ ਹੋਇਆ ਨੁਕਸਾਨ ਹੋ ਗਿਆ? ਉਹਨੂੰ ਕੈਪਟਨ ਕਾਨੂੰਨ ਤਾਂ ਬਣੂਗਾ ਜੇ ਮੋਦੀ ਸਾਹਿਬ ਹਾਂ ਕਰਨਗੇ। ਮੋਦੀ ਨੇ ਹਾਂ ਕਰਨੀ ਨਹੀਂ, ਕਿਉਂਕਿ ਮੋਦੀ ਨੇ ਆਪ ਬਿਹਾਰ 'ਚ ਵੀ ਕਹਿਤਾ ਕਿ ਮੇਰੇ 3 ਕਾਨੂੰਨ ਲਾਗੂ ਰਹਿਣਗੇ। ਵਕੀਲਾਂ ਨੇ ਦੱਸਿਆ ਕਿ ਤੁਹਾਡੇ ਨਾਲ ਬਹੁਤ ਵੱਡਾ ਧੋਖਾ ਕੈਪਟਨ ਨੇ ਕੀਤਾ। ਇਹਨੇ 3 ਕਾਨੂੰਨ ਰੱਦ ਕਰਨ ਦੀ ਬਜਾਏ 3 ਕਾਨੂੰਨ ਸੈਂਟਰ ਦੀ ਨੂੰ ਮਾਨਤਾ ਦੇਤੀ ਹੈ। ਉਹਨੇ ਇਕੱਲਾ ਮੰਨ ਲਿਆ ਕਾਨੂੰਨ ਠੀਕ ਹੈ, ਪਰ ਇਕੱਲੇ ਸੋਧ ਮੰਗੀ ਹੈ ਕਿ ਆ 3-4 ਲਾਈਨਾਂ ਬਦਲ ਦਿਓ। ਦੂਜੀ ਗੱਲ, ਆਪਣੇ ਕਾਨੂੰਨ ਜੇ ਕੈਪਟਨ ਨੇ ਬਣਾਇਆ ਉਹਦੇ 'ਚ ਕਿਤੇ ਨਹੀਂ ਲਿਖਿਆ ਕਿ MSP ਜਾਰੀ ਰਹੂਗੀ, MSP ਤੇ 22 ਸਫਲਾਂ ਦੀ ਖਰੀਦ ਜਾਰੀ ਰਹੂਗੀ। ਸੁਖਬੀਰ ਜੀ ਲਗਾਤਾਰ ਉਹ ਕਹਿ ਰਹੇ ਨੇ, ਕਹਿੰਦੇ ਪਹਿਲਾਂ ਪਾਣੀਆਂ ਦਾ ਰਾਖਾ, ਹੁਣ ਕੈਪਟਨ ਕਿਸਾਨੀ ਦਾ ਰਾਖਾ। ਸੋਸ਼ਲ ਮੀਡੀਆ ਤੇ ਇੱਕ ਕੰਪੇਨ ਵੀ ਸ਼ੁਰੂ ਕਰਤੀ ਹੈ, ਲੱਡੂ ਵੰਡੇ ਗਏ, ਪੜਾਕੇ ਚਲਾਤੇ ਕਈ ਥਾਵਾਂ ਤੇ। ਜੇ ਕਿਹਾ ਜਾਵੇ ਹੁਣ ਤੁਸੀਂ ਸਮਝਦੇ ਹੋ ਕਿ ਕਿਸਾਨ ਆਖਰ ਕੀ ਦੇਖ ਰਿਹਾ ਵੀ ਕੈਪਟਨ ਦੀ ਖੁਸ਼ੀਆਂ ਅਸੀਂ ਦੇਖ ਲਈਏ, ਉਹਨੂੰ ਜਿੱਤ ਮੰਨ ਲਈਏ, ਜਾਂ ਇਹ ਲੜਾਈ ਦੱਸ ਲਈ ਹੋਇਆ ਕੀ? ਇਹ ਤਾਂ ਸ਼ੁਰੂ ਵੀ ਨਹੀਂ ਕਹਿ ਸਕਦੇ। ਕਰਨਾ ਕਿ ਬੇਵਕੂਫ ਬਣਾਤਾ ਪਾਣੀਆਂ ਦਾ ਰਾਖਾ। ਕੀ ਪੰਜਾਬ ਨੂੰ ਪਾਣੀ ਮਿਲ ਗਿਆ? ਧੋਖੇ ਤੇ ਧੋਖਾ। ਵੋਟਾਂ ਲੈਣੀਆਂ ਸੀ, ਗੁਟਕਾ ਸਾਹਿਬ ਵੀ ਝੂਠੀ ਸੌਂ ਖਾ ਗਿਆ। ਜਿਹੜਾ ਬੰਦਾ ਝੂਠ ਬੋਲਣ ਦੀ ਆਦੀ ਹੋ ਜੇ ਨਾ, ਡਰਾਮਾ ਕਰਨ ਦੀ, ਕਿਤੇ ਨਾ ਕਿਤੇ ਫਸ ਜਾਂਦਾ ਹੈ। ਹੁਣ ਫਸ ਗਿਆ। ਸੁਖਬੀਰ ਜੀ ਉਹ ਤਾਂ ਕਹਿੰਦੇ ਉਹਨਾਂ ਨੂੰ ਤਾਂ ਕਹਿੰਦੇ ਰਾਸ਼ਟਰਪਤੀ ਸ਼ਾਸਨ ਦਾ ਡਰ ਸਤਾ ਰਿਹਾ, ਜੇਬ 'ਚ ਮੈਨੇ ਅਸਤੀਫਾ ਦਿਖਾਤਾ। ਉਹ ਕਹਿੰਦੇ ਸਾਰੇ ਅਸਤੀਫਾ ਦੇ ਦਾਂਗੇ ਅਸੀਂ, ਕਹਿੰਦੇ ਹਾਲਾਤ ਹੈ ਜਿਵੇਂ। ਨਹੀਂ ਫਿਰ ਦੇਣਾ ਕਿਉਂ? ਦੇ ਹੁਣੀ, ਡਰਦੇ ਕਿਉਂ ਹੈ? ਅਸਤੀਫਾ ਐਂ ਦੱਸਣ ਦੀ ਲੋੜ ਨਹੀਂ ਹੁੰਦੀ। ਜਿਹੜੇ ਬੰਦੇ ਦਿਲ ਸਾਫ਼ ਹੋਏ ਨਾ, ਉਹ ਦੱਸਦਾ ਨਹੀਂ ਹੁੰਦਾ। ਦੱਸਦਾ ਉਹ ਹੁੰਦਾ ਜਿਹੜਾ ਬੰਦਾ ਡਰਾਮੇ ਕਰਦਾ ਹੋਏ। ਤੁਹਾਡੀ ਸਪੀਚ ਸੁਣ ਰਹੇ ਸੀ ਬਠਿੰਡੇ, ਜਦੋਂ ਤੁਸੀਂ ਸਪੀਚ ਦਿੱਤੀ, ਤੁਸੀਂ ਕਿਹਾ ਕਿ ਬਾਦਲ ਸਾਹਿਬ ਬਹੁਤ ਘੱਟ ਥਾਪੀ ਦਿੰਦੇ ਨੇ। ਥਾਪੀ ਦਿੱਤੀ ਉਹਨਾਂ ਨੇ, ਤੁਸੀਂ ਅਸਤੀਫਾ ਦਿੱਤਾ, NDA ਤੋਂ ਪਰੇ ਹੋ ਗਏ। ਵੈਸੇ ਲੱਗਦਾ ਇਹ ਸੀਗਾ ਵੀ ਸ਼ਾਇਦ ਇੰਨਾ ਲੰਬਾ ਸਾਥ ਆ ਦੁੱਖ ਹੋਣਾ ਚਾਹੀਦਾ, ਕਿਤੇ ਨਾ ਕਿਤੇ ਉਹਨਾਂ ਨੂੰ ਲੱਗਿਆ ਹੋਊਗਾ, ਪਰ ਤੁਸੀਂ ਸਮਝਿਆ ਕਿ ਆਖਰਕਾਰ ਕਿਸਾਨਾਂ ਅੱਗੇ ਕੋਈ ਚੀਜ਼ ਵੱਡੀ ਹੈ ਨਹੀਂ ਪੰਜਾਬ ਵਾਸਤੇ। ਬਾਦਲ ਸਾਹਿਬ ਨੇ ਸਾਰੀ ਜ਼ਿੰਦਗੀ ਅਸੂਲਾਂ ਤੇ ਲੜਾਈ ਲੜੀ ਹੈ, ਨਾ ਸਰਕਾਰ ਦੀ ਪਰਵਾਹ ਕੀਤੀ ਹੈ, ਨਾ ਮਿਨਿਸਟਰੀਆਂ ਦੀ ਪਰਵਾਹ ਕੀਤੀ ਹੈ। ਤਾਂ ਹੀ ਉਹ 16 ਸਾਲ ਉਹਨੂੰ ਜੇਲ੍ਹਾਂ 'ਚ ਰੱਖਤਾ। ਮੈਂ BJP ਨੂੰ, ਤੇ ਉਹਨਾਂ ਦੇ ਤੁਸੀਂ ਬਿਆਨ ਵੀ ਦੇਖ ਲਓ। ਹੁਣ ਤਰਮ ਚੁੱਕ ਦਾ ਬਿਆਨ ਕਿ ਜੇ ਕੋਈ ਕਿਸਾਨ 2 ਪੈਰਾਂ ਤੇ ਚੱਲ ਕੇ ਆਊਗਾ, ਅਸੀਂ ਲੱਤਾਂ ਭੰਨ ਕੇ ਉਹਦੀਆਂ ਸਟੇਸ਼ਨਾਂ 'ਚ ਭੇਜਾਂਗੇ। ਇਹੋ ਜਿਹੇ ਬਿਆਨ, ਅੱਗ ਲਾਉਣ ਵਾਲੇ ਬਿਆਨ, ਭਰਾ ਤੇ ਭਰਾ ਨੂੰ ਲੜਾਉਣ ਵਾਲੇ ਬਿਆਨ, ਅਮਨ ਸ਼ਾਂਤੀ ਨੂੰ ਭਾਗਾ ਕਰਨ ਵਾਲੇ ਬਿਆਨ। ਕੈਪਟਨ ਸਾਹਿਬ ਨੇ ਮੋਦੀ ਸਾਹਿਬ ਨਾਲ ਗੱਲ ਕੀਤੀ ਕਿ ਆ ਜਿਹੜਾ ਇੱਥੇ ਆ ਜਿਹੜੇ ਲੋਕ ਕਿਸਾਨ ਬੈਠੇ ਆ, ਧਰਨੇ ਦੇਈ ਜਾਂਦੇ, ਸੜਕਾਂ ਰੋਕੀ ਬੈਠੇ ਆ, ਰੇਲਵੇ ਲੋਕੀ ਬੈਠੇ ਆ, ਇਹਨਾਂ ਨੂੰ ਕਿਵੇਂ ਉਠਾਈਏ। ਤੇ ਆਹ ਮੰਗ ਕਰ ਰਹੇ ਕੋਈ ਕਾਨੂੰਨ ਲੈ ਕੇ। ਕਹਿੰਦਾ ਤੁਸੀਂ ਐਂ ਕਰੋ, ਕੋਈ ਬਣਾ ਕੇ ਥੋੜ੍ਹਾ ਸਾਡੇ ਕੋਲ ਭੇਜ ਦਿਓ, ਅਸੀਂ ਮੰਨਣਾ ਨਹੀਂ, ਆਪਣੇ ਆਪ ਉੱਠ ਕਰਨਗੇ। ਕੁਛ ਕੀਤਾ ਨਹੀਂ ਪੰਜਾਬ 'ਚ। ਐਕਚੁਅਲੀ ਮੁੱਖ ਮੰਤਰੀ ਹੈ ਹੀ ਨਹੀਂ, ਬਗੈਰ ਡਰਾਈਵਰ ਤੇ ਗੱਡੀ ਚਲੀ ਜਾਂਦੀ ਹੈ। ਕਾਂਗਰਸੀ ਲੁੱਟਣ ਤੇ ਲੱਗੇ ਹੈ। ਉਹ ਉੱਤੇ ਕਹੀ ਜਾਣਗੇ ਖਜ਼ਾਨਾ ਖਾਲੀ ਹੈ। 2002 ਵੀ 2002 ਤੋਂ 2007 ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਉਦੋਂ ਵੀ ਖਜ਼ਾਨਾ ਖਾਲੀ ਕਹਿੰਦਾ ਸੀ। ਜਦੋਂ 2007 ਸਾਡੀ ਸਰਕਾਰ ਆਈ, 7 ਤੋਂ 17 ਤੱਕ ਇੱਕ ਬਿਆਨ ਦੇਖ ਲਓ ਜੀ ਅਸੀਂ ਕਿਹਾ ਖਜ਼ਾਨਾ ਖਾਲੀ ਹੈ। ਅਸੀਂ ਖਜ਼ਾਨਾ ਭਰਿਆ ਵੀ, ਖਰਚਿਆ ਵੀ, ਤੇ ਕਰੋੜਾਂ ਚਾਰੋਂ ਤਰਫ ਡਿਵੈਲਪਮੈਂਟ ਕਰਾਈ। ਅਕਾਲੀ ਦਲ ਤੇ ਇੱਕ ਦੋਸ਼ ਲਾਇਆ ਜਾਂਦਾ ਸਿੱਧਾ, ਕਹਿੰਦੇ ਕੱਲ੍ਹ ਨੂੰ ਫੇਰ ਇਹ ਕਿਤੇ ਜਾ ਕੇ ਭਾਜਪਾ ਨਾਲ ਨਾ ਰਲ ਜਾ। ਉਹ ਚੀਜ਼ ਇੰਸ਼ੋਰ ਕਰੋ ਥੋੜ੍ਹੀ ਜਿਹੀ ਕਿ ਆਖਰਕਾਰ ਕੁਛ ਮਰਜ਼ੀ। ਕਿਸੇ ਚੀਜ਼ ਦੀ ਪਹਿਲੀ ਗੱਲ, ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਕਿਤੇ 35 ਸਾਲ ਪਹਿਲੇ ਅਸੀਂ 35 ਸਾਲ ਵਿੱਚ ਅਸੀਂ ਕਿਤੇ ਕਿਹਾ ਕਿ ਅਸੀਂ ਛੱਡ ਰਹੇ ਹਾਂ, ਆਹ ਨਾ ਕੀਤਾ ਛੱਡ ਰਹਾਂਗੇ, ਜਾਂ ਜਦੋਂ ਆਹ ਹੋ ਜਾਊਗਾ ਬਾਅਦ ਜੁੜ ਜਾਵਾਂਗੇ, ਕਿਤੇ ਕਿਹਾ? ਜੇ ਛੱਡਤਾ। ਦਰਬਾਰ ਸਾਹਿਬ ਤੇ ਹਮਲਾ ਕੀਤਾ ਸੈਂਟਰ ਦੀ ਸਰਕਾਰ ਨੇ। ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਤੇ ਹੋਮ ਮਿਨਿਸਟਰ ਬੂਟਾ ਸਿੰਘ ਦੋਨੋਂ ਪੰਜਾਬ ਦੇ ਕੌਮ ਦੇ ਸੀ। ਉਹਨਾਂ ਦੇ ਗੁਰੂ ਘਰ ਤੇ ਹਮਲਾ ਕੀਤਾ ਕਿ ਉਹਨਾਂ ਨੇ ਅਸਤੀਫਾ ਦਿੱਤਾ। ਉਹਨਾਂ ਨੂੰ ਉਸੇ ਟਾਈਮ ਅਸਤੀਫਾ ਦੇਣਾ ਚਾਹੀਦਾ ਸੀ, ਪਰ ਨਹੀਂ। ਕਾਂਗਰਸੀ ਦਾ 1 ਮਿੰਟ ਵਾਸਤੇ ਕੁਰਸੀ ਨਹੀਂ ਛੱਡਦੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਪੰਜਾਬ ਦੇ ਵਿੱਚ ਦੇਖ ਰਹੇ ਹਾਂ ਕਿ ਜਦੋਂ ਦੇ ਕੇਂਦਰੀ ਕਾਨੂੰਨ ਪਾਸ ਹੋਏ ਤਾਂ ਉਸ ਤੋਂ ਬਾਅਦ ਲਗਾਤਾਰ ਕਿਸਾਨ ਸੰਘਰਸ਼ ਦੇ ਰਾਹ ਤੇ ਨੇ। ਸਿਆਸੀ ਪਾਰਟੀਆਂ ਲਗਾਤਾਰ ਕੇਂਦਰ ਦੇ ਖਿਲਾਫ ਹੱਲਾ ਬੋਲ ਰਹੀਆਂ ਨੇ, ਸਿਵਾਏ BJP ਤੋਂ।
ਜਿਸ ਤਰ੍ਹਾਂ ਦੇ ਨਾਲ ਹਾਲਾਤ ਬਣੇ, ਆਮ ਤੌਰ ਤੇ ਕਾਨੂੰਨ ਆਉਂਦੇ ਨੇ, ਕੋਈ ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਸਾਡੇ ਵਾਸਤੇ ਚੰਗਾ ਹੋਊਗਾ, ਕਿਉਂਕਿ ਅਮੈਂਡਮੈਂਟਾਂ ਜਦੋਂ ਹੁੰਦੀਆਂ ਰਹਿੰਦੀਆਂ ਨੇਗੀਆਂ ਲੋਕਾਂ ਨੂੰ ਆਸ ਵੱਧਦੀ ਹੈ। ਪਰ ਇਹ ਕਾਨੂੰਨਾਂ ਨੇ ਸਾਰਾ ਕੁਝ ਹਿਲਾ ਕੇ ਰੱਖਤਾ। ਕੁਝ ਦਿਨ ਪਹਿਲਾਂ ਵਿਧਾਨ ਸਭਾ ਦਾ ਸੈਸ਼ਨ ਵੀ ਹੁੰਦਾ ਹੈ। ਸੈਸ਼ਨ ਦੇ ਵਿੱਚ ਸਾਰੇ ਪਾਰਟੀਆਂ ਇਕਜੁੱਟ ਹੋਣ ਦਾ ਨਾਅਰਾ ਦਿਖਾਉਂਦੀਆਂ ਨੇ ਤੇ ਕੇਂਦਰ ਨੂੰ ਸਾਫ਼ ਤੌਰ ਤੇ ਕਿਹਾ ਜਾਂਦਾ, ਆਵਾਜ਼ ਜਾਂਦੀ ਹੈ ਕਿ ਸਾਰੇ ਇੱਕੋ ਨੇ, ਕਿਉਂਕਿ ਕਿਸਾਨ ਨੂੰ ਬਚਾਉਣਾ ਹੈ। ਸਾਡੇ ਨਾਲ ਸੁਖਬੀਰ ਸਿੰਘ ਬਾਦਲ ਨੇ। ਸੁਖਬੀਰ ਜੀ, ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਕਾਨੂੰਨ ਆਏ, ਲੋਕਾਂ ਨੂੰ ਲੱਗਦਾ ਸੀਗਾ ਕੋਈ ਚੀਜ਼ ਸਾਡੇ ਵਾਸਤੇ ਚੰਗੀ ਆਊਗੀ। ਪਹਿਲਾ ਇੰਪੈਕਟ ਦੇਖੀਏ, ਪਹਿਲਾ ਇੰਪੈਕਟ ਹੀ ਮਾੜਾ ਪੈ ਗਿਆ ਤੇ ਭਵਿੱਖ ਦੀਆਂ ਗੱਲਾਂ ਤਾਂ ਦੂਰ ਦੀਆਂ ਨੇ। ਜਦੋਂ ਸਰਕਾਰਾਂ ਕਾਨੂੰਨ ਬਣਾਉਣ ਬਗੈਰ ਸੋਚੇ ਸਮਝੇ ਤੇ ਬਗੈਰ ਜਿਨ੍ਹਾਂ ਵਾਸਤੇ ਬਣਾਉਣ ਉਹਨਾਂ ਵਾਸਤੇ ਉਹਨਾਂ ਨੂੰ ਬਗੈਰ ਪੁੱਛੇ, ਆਹੀ ਹਾਲਾਤ ਹੁੰਦੀ ਹੈ। ਕਾਨੂੰਨ ਬਣਿਆ ਦਫ਼ਤਰਾਂ 'ਚ ਬਹਿ ਕੇ, ਕਿਸਾਨਾਂ ਨੂੰ ਨਹੀਂ ਪੁੱਛਿਆ ਗਿਆ, ਕਿਸਾਨ ਜਥੇਬੰਦੀਆਂ ਨੂੰ ਨਹੀਂ ਪੁੱਛਿਆ ਗਿਆ, ਜਿਹੜੀਆਂ ਪੋਲੀਟੀਕਲ ਪਾਰਟੀਆਂ ਕਿਸਾਨਾਂ ਦੀ ਆਵਾਜ਼ ਹੁੰਦੀਆਂ ਉਹਨਾਂ ਨੂੰ ਸਲਾਹ ਕੀਤੀ ਗਈ। ਆਹ ਤਾਂ ਉੱਤੇ ਬਹਿ ਕੇ ਕੋਈ 5-4 ਅਫਸਰਾਂ ਨੇ ਬਹਿ ਕੇ ਜੋ ਉਹਨਾਂ ਦੇ ਮਨ 'ਚ ਆਇਆ ਕਰ ਦਿੱਤਾ। ਆਈ ਤਾਂ ਉਹ ਸਾਰੀ ਐਡੀ ਵੱਡੀ ਕੰਟਰੋਵਰਸੀ ਦੇਸ਼ 'ਚ ਹੋ ਗਈ ਹੈ। ਸੁਖਬੀਰ ਜੀ, ਸੈਸ਼ਨ ਆਉਂਦਾ, ਸੈਸ਼ਨ ਤੋਂ ਕਹੀਏ ਕਿਸਾਨਾਂ ਨੇ ਕਹਿਤਾ ਵੀ ਤੁਹਾਨੂੰ ਨਹੀਂ ਘਰਾਵ ਕਰਾਂਗੇ ਕਾਂਗਰਸ ਦੇ ਲੀਡਰਾਂ ਦਾ। ਉਦੋਂ ਪਹਿਲਾਂ ਬੀਜੇਪੀ ਦੇ ਲੀਡਰਾਂ ਦਾ ਘਰਾਵ ਲਗਾਤਾਰ ਹੋ ਰਿਹਾ ਸੀਗਾ, ਸੈਸ਼ਨ ਬੁਲਾ ਲਿਆ। ਸੈਸ਼ਨ ਤੋਂ ਉਮੀਦ ਬੜੀ ਜਾਗੀ ਸੀਗੀ, ਪਰ ਉਦੋਂ ਪਹਿਲਾਂ ਦੇਖਿਆ ਜਾਵੇ ਕਿਤੇ ਨਾ ਕਿਤੇ ਮਾੜੇ ਸੰਕੇਤ, ਜਿਵੇਂ ਆਪਾਂ ਕਹਿੰਦੇ ਨਾ ਕਿਸੇ ਚੀਜ਼ ਦੇ ਆਉਣੇ ਸ਼ੁਰੂ ਹੋ ਜਾਣ। ਬਿੱਲਾਂ ਨੂੰ ਲੈ ਕੇ ਪਹਿਲਾਂ ਹੀ ਹੋ ਗਿਆ ਕਿ ਖਦਸ਼ਾ ਜਤਾਉਣਾ ਸ਼ੁਰੂ ਕਰਤਾ। ਅਕਾਲੀ ਦਲ ਨੇ ਵੀ ਜਤਾਇਆ ਕਿ ਬਿੱਲਾਂ ਦੇ ਵਿੱਚ ਕੀ ਹੋਊਗਾ, ਸਾਨੂੰ ਪਹਿਲਾਂ ਦਿਖਾ ਦਿਓ। ਬਿੱਲ ਆਉਂਦੇ ਨੇ, ਪਾਸ ਕੀਤੇ ਜਾਂਦੇ ਨੇ, ਉਦੋਂ ਬਾਅਦ ਵੀ ਜੇ ਕਹੀਏ ਕਿ ਹੁਣ ਉਦੋਂ ਵੱਡੀ ਚਿੰਤਾ ਵੱਧਦੀ ਹੋਈ ਦਿਖ ਰਹੀ ਹੈਗੀ। ਜਦੋਂ ਪੰਜਾਬ ਦੇ ਸੈਂਟਰ ਦੇ ਕਾਨੂੰਨ ਬਣੇ, ਪੰਜਾਬ ਵਿੱਚ ਸਾਰੇ ਪੰਜਾਬੀ ਇਕੱਠੇ ਹੋ ਗਏ ਉਹਦੇ ਖਿਲਾਫ। 3 ਮੰਗਾਂ ਸੀ, 3 ਜਾਂ 4 ਮੰਗਾਂ ਸਾਰੇ ਆਪਣੇ ਕਿਸਾਨਾਂ, ਸਾਰੇ ਕਿਸਾਨਾਂ ਦੀਆਂ। ਇੱਕ ਕਿ ਜਿਹੜੇ ਤਿੰਨੇ ਕਾਨੂੰਨ ਸੈਂਟਰ ਦੇ ਉਹ ਰੱਦ ਹੋਣੇ ਚਾਹੀਦੇ ਆ। MSP ਯਕੀਨੀ ਬਣਾਈ ਜਾਏ, MSP ਤੇ ਖਰੀਦ ਯਕੀਨੀ ਬਣਾਈ ਜਾਏ। ਤੇ ਜਿਹੜੇ ਕੈਪਟਨ ਨੇ ਕਾਨੂੰਨ ਬਣਾਏ ਸੀ 2017 'ਚ, ਜਿਹੜੇ ਸੈਂਟਰ ਦੇ ਕਾਨੂੰਨ ਦੇ ਵਰਗੇ ਹੀ ਹੈ, ਉਹ ਵੀ ਰੱਦ ਕੀਤੇ ਜਾਣ। ਆਹ 3 ਜਥੇਬੰਦੀ ਮੰਗ ਸੀ, ਉਹ ਲੈ ਕੇ ਉਹਨਾਂ ਨੇ ਰੇਲਵੇ ਰੋਕਾ ਕੀਤਾ, ਧਰਨੇ ਵੀ ਦਿੱਤੇ। ਕੈਪਟਨ ਨੇ ਬੜੀ ਸ਼ਰਾਰਤ ਕੀਤੀ, ਜਥੇਬੰਦੀਆਂ ਨੂੰ ਗੁੰਮਰਾਹ ਕੀਤਾ ਕਿ ਮੈਂ ਇੱਥੇ ਆ ਕੇ ਕਾਨੂੰਨ ਬਣਾ ਦੂੰਗਾ, ਕਿਉਂਕਿ ਸੂਬੇ ਦੀ ਸਰਕਾਰ ਕੋਲੇ ਆਪਣੇ ਹੱਕ ਹੈ, ਸੈਂਟਰ ਦੀ ਸਰਕਾਰ ਕੋਲੇ ਆਪਣੇ ਹੱਕ ਹੈ। ਇੱਕ ਦੂਜੇ ਦੇ ਹੱਕਾਂ ਤੇ ਕੋਈ ਵਾਰ ਨਹੀਂ ਕਰ ਸਕਦਾ। ਕੋਈ ਚੀਜ਼ਾਂ ਹੈ ਜਿਹੜੀਆਂ ਦੋਨੋਂ ਸੈਂਟਰ ਤੇ ਸਟੇਟਾਂ ਕਰ ਸਕਦੀਆਂ। ਜਿਹੜੇ ਆਪਣੇ ਐਗਰੀਕਲਚਰ ਹੈ ਉਹ ਇਕੱਲਾ ਸੂਬੇ ਦੇ ਹੱਕ 'ਚ ਹੈ, ਹੱਥ 'ਚ ਹੈ, ਉੱਤੇ ਸੈਂਟਰ ਨਹੀਂ ਕਰ ਸਕਦੀ। ਸਾਨੂੰ ਉਮੀਦ ਸੀ ਕਿ ਕੈਪਟਨ ਅਮਰਿੰਦਰ ਸਿੰਘ ਕਾਨੂੰਨ ਲੈ ਕੇ ਆਉਣਗੇ, ਖੇਤੀ ਦੇ ਥੱਲੇ ਸਬਜੈਕਟ ਠੀਕ ਖੇਤੀ ਦੇ ਥੱਲੇ ਲੈ ਕੇ ਆਉਣਗੇ, ਜਿਹਦੇ ਨਾਲ ਉਹਨਾਂ ਕੋਲ ਰਾਈਟ ਹੈ ਤੇ ਬਣਾ ਕੇ ਇਹਦਾ ਹੱਲ ਕੱਢ ਸਕਣਗੇ। ਪਰ ਉਹਨੇ ਸ਼ਰਾਰਤ ਕੀਤੀ। ਉਹਨੂੰ ਪਤਾ ਸੀ ਕਿ ਖੇਤੀ ਦੇ ਕਾਨੂੰਨ 'ਚ ਇੱਕ ਰਾਹ ਹੈਗਾ, ਜਿਹੜਾ ਰਾਹ ਅਸੀਂ ਦੱਸਿਆ ਸੀ, ਪਰ ਉਹਨੇ ਬਿਲਕੁਲ ਨਕਾਰਤਾ, ਕਿਉਂਕਿ ਉਹਦੀ ਮਨਸ਼ਾ ਠੀਕ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਦੀ ਤੇ ਕਾਂਗਰਸ ਦੀ ਸੋਚ ਤੇ BJP ਦੀ ਜਿਹੜੀ ਸੈਂਟਰ ਦੀ ਖੇਤੀ ਪ੍ਰਤੀ ਸੋਚ ਹੈ, ਇੱਕੋ ਜਿਹੀ ਲੱਗ ਰਹੀ ਹੈ। ਕਿਉਂਕਿ ਜੋ BJP ਦੇ ਕਾਨੂੰਨ ਬਣਾਏ ਹੈ, ਆਈ ਕਾਨੂੰਨ ਦੀ ਵੇਰਵਾ ਤੁਸੀਂ 2017 'ਚ ਕੈਪਟਨ ਅਮਰਿੰਦਰ ਸਿੰਘ ਦਾ ਚੋਣ ਪੱਤਰ ਦੇਖੋ। ਉਹ ਚੋਣ ਪੱਤਰ ਵਿੱਚ ਜੋ ਦਿੱਲੀ ਮੋਦੀ ਸਾਹਿਬ ਨੇ ਹੁਣ ਕਾਨੂੰਨ ਬਣਾਇਆ, ਰੂਬਰੂ ਉਹ ਚੋਣ ਪੱਤਰ ਦਾ ਹਿੱਸਾ ਹੈ। ਕੈਪਟਨ ਨੇ ਸਰਕਾਰ ਬਣਾ ਕੇ 6 ਮਹੀਨਿਆਂ ਦੇ ਅੰਦਰ ਉਹ ਐਕਟਿਵ ਕਾਨੂੰਨ ਬਣਾਤੇ ਹੈ। ਜੇ ਸੈਂਟਰ ਦੇ ਕਾਨੂੰਨ ਰੱਦ ਵੀ ਹੋ ਜਾਣ, ਕੈਪਟਨ ਨੇ ਪੰਜਾਬ 'ਚੋਂ ਕਾਨੂੰਨ ਪਿਛਲੇ 3 ਸਾਲ ਦੇ ਲਾਗੂ ਕਰੀ ਚੁੱਕਾ ਹੈ। ਸੋ ਕੈਪਟਨ ਦੀ ਸੋਚ ਇੱਕੋ ਜਿਹੀ ਹੈ। ਰਾਹੁਲ ਗਾਂਧੀ ਦੀ ਵੀ ਜੋ ਕਾਂਗਰਸ ਦਾ 2019 ਦਾ ਪਾਰਲੀਮੈਂਟ ਦਾ, ਦੇਸ਼ ਦੇ ਇਲੈਕਸ਼ਨ ਦਾ, ਪਾਰਲੀਮੈਂਟ ਦਾ ਇਲੈਕਸ਼ਨ ਦਾ ਮੈਨੀਫੈਸਟੋ ਸੀ, ਉੱਥੇ ਵੀ ਉਹਨਾਂ ਨੇ ਕਿਹਾ ਕਿ ਪੂਰੇ ਅਸੀਂ ਤਾਂ ਸਰਕਾਰੀ ਮੰਡੀਆਂ ਬਿਲਕੁਲ ਬੰਦ ਕਰ ਦਾਂਗੇ, ਸਾਰਾ ਕੁਝ ਹੀ ਪ੍ਰਾਈਵੇਟ ਕਰ ਦਾਂਗੇ। ਸੋ ਉਹੀ ਸੋਚ BJP ਦੀ ਪ੍ਰਧਾਨ ਮੰਤਰੀ ਦੀ ਮੋਦੀ ਸਾਹਿਬ ਦੀ ਹੈ ਤੇ ਉਹੀ ਸੋਚ ਕਾਂਗਰਸ ਦੀ ਹੈ। ਸੋ ਸੋਚ ਉਹ ਇੱਕੋ ਹੋਣ ਦੇ ਨਾਤੇ ਉਹਨਾਂ ਦੀ ਮਨਸ਼ਾ ਠੀਕ ਨਹੀਂ ਸੀ। ਉਹਨਾਂ ਦਾ ਨਿਸ਼ਾਨਾ ਸੀ ਕਿ ਕਿਵੇਂ ਨਾ ਕਿਵੇਂ ਆਪਾਂ ਕਿਸਾਨਾਂ ਨੂੰ ਬੇਵਕੂਫ ਬਣਾਈਏ। ਮੈਂ ਨੋਟ ਲਿਆਉਂਗਾ, ਅਸੀਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਐਗਰੀਕਲਚਰ ਥੱਲੇ ਐਕਟ ਲੈ ਕੇ ਆਓ, ਪਰ ਉਹ ਐਗਰੀਕਲਚਰ ਥੱਲੇ ਨਹੀਂ ਲੈ ਕੇ ਆਇਆ, ਕਨਕਰੈਂਟ ਲਿਸਟ ਲੈ ਕੇ ਆਇਆ। ਉਹਨੂੰ ਪਤਾ ਸੀ ਕਿ ਕਨਕਰੈਂਟ ਲਿਸਟ ਵਿੱਚ ਕੈਪਟਨ ਤਾਂ ਕੁਝ ਕਰ ਨਹੀਂ ਸਕਦਾ, ਉਹ ਸੈਂਟਰ ਕੋਲੇ ਵਾਪਸ ਮੋਦੀ ਕੋਲੇ ਜਾਊਗਾ, ਮੇਰਾ ਖਹਿੜਾ ਛੱਡ ਜਾਊਗਾ, ਵਾਪਸ ਉੱਥੇ ਚਲੇ ਜਾਊਗਾ, ਲੋਕੀ ਲੜਾਈ ਉੱਥੇ ਰੁਲ ਜਾਊਗਾ ਸਾਰਾ ਕੰਮ। ਸੁਖਬੀਰ ਜੀ, ਜਿਹੜੇ ਹਿਸਾਬ ਦੇ ਨਾਲ ਦੇਖਿਆ ਜਾਵੇ ਕਿ ਇਹ ਜਦੋਂ ਬਿੱਲ ਲਿਆਂਦੇ ਗਏ, ਕਹਿਣ ਦਾ ਮਤਲਬ ਇਹ ਸ਼ੰਕਾਵਾਂ ਫਿਰ ਪਹਿਲਾਂ ਹੀ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ, ਤਾਂ ਹੀ ਉਹ ਬਿੱਲ ਨਹੀਂ ਪਹਿਲਾਂ ਆਏ, ਜਾਂ ਫਿਰ ਕੈਪਟਨ ਦੀ ਮੰਨ ਲਈਏ ਕਿ ਟਾਈਮ ਬਹੁਤ ਘੱਟ ਸੀਗਾ, ਦਿੱਤਾ ਨਹੀਂ ਜਾ ਸਕਿਆ। ਕੈਪਟਨ ਨੂੰ ਸਾਰਾ ਕੁਝ ਪਤਾ ਸੀ।
ਸਾਨੂੰ ਸ਼ੱਕ ਕਿਤੋਂ ਥੋੜਾ ਥੋੜਾ ਪੈਣ ਲੱਗਿਆ ਜਦੋਂ ਅਸੀਂ ਕੈਪਟਨ ਨੂੰ ਕਿਹਾ ਸਾਨੂੰ ਬਿੱਲ ਦਿਖਾ ਦਿਓ। ਜਦੋਂ ਵੀ ਵਿਧਾਨ ਸਭਾ 'ਚ ਕੋਈ ਐਕਟ ਆਉਂਦੇ ਹੈ 2-3 ਦਿਨ ਪਹਿਲੇ, ਹਫ਼ਤਾ ਪਹਿਲੇ MLA ਨੂੰ ਭੇਜੇ ਜਾਂਦੇ ਹੈ ਕਿ ਤੁਸੀਂ ਪੜ੍ਹ ਲਓ ਤੇ ਜਦੋਂ ਐਕਟ ਆਊਗਾ ਤੁਸੀਂ ਉਹਦੇ ਤੇ ਬਹਿਸ ਕਰ ਸਕੋ, ਆਪਣੇ ਸੁਝਾਅ ਦੇ ਸਕੋ। ਪਹਿਲੀ ਵਾਰ ਹੈ ਅਸੀਂ ਵਿਧਾਨ ਸਭਾ ਸੈਸ਼ਨ ਹੋਇਆ, ਅਸੀਂ MLA ਨੇ ਲਿਖਿਆ, ਸਾਡੀ ਪਾਰਟੀ ਲਿਖਿਆ ਕੈਪਟਨ ਸਾਹਿਬ ਕੀ ਸਪੀਕਰ ਨੂੰ ਕਿ ਸਾਨੂੰ ਇਹਦੇ ਬਿੱਲ ਦੀ ਕਾਪੀ ਦਿਓ। ਕਹਿੰਦੇ ਨਹੀਂ ਦੇਣੀ ਹੈ ਕਿਉਂਕਿ ਮਨ 'ਚ ਖੋਟ ਸੀ। ਕੈਬਨਿਟ ਮੀਟਿੰਗ ਰੱਖੀ ਜਿੱਥੇ ਬਿੱਲ ਪਾਸ ਹੋਣਾ ਸੀ, ਉੱਥੇ ਵੀ ਨਹੀਂ ਲੈ ਕੇ ਗਿਆ ਕਿਉਂਕਿ ਜੇ ਕੈਬਨਿਟ 'ਚ ਪਾਸ ਹੁੰਦਾ ਸਾਰੇ ਕੈਬਨਿਟ ਮੰਤਰੀ ਕੋਲ ਜਾਂਦਾ ਤੇ ਫਿਰ ਅਖਬਾਰਾਂ 'ਚ ਆ ਜਾਣਾ ਸੀ, ਲੋਕਾਂ ਨੂੰ ਪਤਾ ਲੱਗਣਾ ਸੀ ਕਿ ਚਾਲ ਕੀ ਹੈ। ਉਹਨੇ ਬਿੱਲ ਲਿਆਂਦਾ 10 ਵਜੇ ਸਵੇਰੇ ਅਸੈਂਬਲੀ 'ਚ ਆਪ ਆਇਆ, ਜਦੋਂ ਆਪਣੀ ਸੀਟ ਤੇ ਖੜਾ ਹੋਇਆ ਉਦੋਂ ਨਾਲ ਦੇ ਨਾਲ ਉਹਨੇ ਬਿੱਲ ਦਿੱਤੇ। ਉੱਥੇ ਵੀ 2 ਗੇਮ ਖੇਡੀਆਂ ਨੇ, ਦੋਗਲੀ ਗੇਮ ਖੇਡੀ। ਰੈਜ਼ੋਲੂਸ਼ਨ ਜੋ ਬਿਆਨ ਪੜਿਆ ਉੱਥੇ ਉਹ ਅਲੱਗ ਸੀ ਤੇ ਜਿਹੜੇ ਕਾਨੂੰਨ ਥੱਲੇ ਬਣਾਏ ਉਹ ਅਲੱਗ ਸੀ। ਜਦੋਂ ਰੈਜ਼ੋਲੂਸ਼ਨ ਪੜਿਆ ਜਿਹਨੂੰ ਅਸੀਂ ਸਾਰਿਆਂ ਨੇ ਸੁਣਿਆ ਉਹ ਸੀ ਕਿ ਅਸੀਂ ਪੰਜਾਬ ਦੀ ਅਸੈਂਬਲੀ ਤਿੰਨੇ ਕਾਨੂੰਨ ਨੂੰ ਰੱਦ ਕਰਦੀ ਹੈ ਤੇ MSP ਨੂੰ ਯਕੀਨੀ ਬਣਾਉਂਦੀ ਹੈ। ਪਰ ਥੱਲੇ ਜਿਹੜੇ ਨੇ ਕਾਗਜ਼ ਰੱਖੇ, ਜਿਹੜੇ ਪੜ੍ਹੇ ਨਹੀਂ ਤੇ ਇਸ ਨੂੰ ਦਿਖਾਏ ਨਹੀਂ, ਉਹ ਹੋਰ ਸੀ। ਉਹਦੇ 'ਚ ਨਾ ਰੱਦ ਸੀ ਨਾ ਯਕੀਨ MSP ਬਣਾਈ। ਜਦੋਂ ਸਾਡੀ ਸੋਚ ਇੱਕ ਸੀ ਉਸ ਟਾਈਮ ਕਿ ਹੁਣ ਇਹਨੇ ਪਾਰਲੀਮੈਂਟ ਬਣਾਇਆ ਤੇ ਅਸੀਂ ਇੱਕ ਸੰਦੇਸ਼ਾ ਦੇਣਾ ਦੇਸ਼ ਦੀ ਸਰਕਾਰ ਨੂੰ ਕਿ ਸਾਰੇ ਇਕੱਠੇ ਆ। ਅਸੀਂ ਉੱਥੇ ਵੀ ਕਿਹਾ ਕੈਪਟਨ ਸਾਹਿਬ ਕਿ ਸਾਨੂੰ ਸਮਾਂ ਦੇ ਦਿਓ, ਸਾਨੂੰ 2-4 ਘੰਟੇ ਦਿਓ, ਅਸੀਂ ਪੜ੍ਹ ਲਈਏ ਸਾਰਾ ਕੁਝ। ਕਹਿੰਦੇ ਨਹੀਂ ਲੋੜ ਹੀ ਨਹੀਂ, ਮੈਂ ਕਿਸਾਨ ਜਥੇਬੰਦੀਆਂ ਨਾਲ ਗੱਲ ਕਰ ਲਈ ਹੈ, ਉਹਨਾਂ ਨੂੰ ਸਾਨੂੰ ਦਿਖਾਤਾ ਸਾਰਾ ਕੁਝ ਠੀਕ ਹੈ, ਆਪਾਂ ਤਾਂ ਇਕੱਲਾ ਹੁਣ ਹਾਂ ਹੀ ਕਰਨੀ ਹੈ। ਅਸੀਂ ਕਿਹਾ ਜੇ ਦਿਖਾਤਾ ਸਾਰਾ ਕੁਝ ਠੀਕ ਹੈ, ਸਾਰੇ ਜਥੇਬੰਦੀ ਦਿਖਾਤਾ ਤੇ ਅਸੀਂ ਕਿਹਾ ਚਲੋ ਕਰ ਦਿਓ। ਉਗਰਾਹਾਂ ਵਾਲੇ ਆਏ ਸੀਗੇ ਇੱਕ ਦਿਨ ਪਹਿਲਾਂ ਸੈਸ਼ਨ ਚੱਲਦੇ ਸੀ, ਜਦੋਂ ਅਕਾਲੀ ਦਲ ਨੇ ਬਾਹਰ ਧਰਨਾ ਮਾਰਿਆ ਹੋਇਆ ਸੀ, ਉਹਨਾਂ ਨੂੰ ਰਸਤਾ ਦਿੱਤਾ, ਬਾਹਰ ਗੱਲਬਾਤ ਐਸੀ ਕਰੀ। ਉਹ ਤਾਂ ਕਹਿੰਦੇ ਜਿਹੜੇ ਇਹਨਾਂ ਨੇ ਐਕਟ ਬਣਾਏ ਨੇ, ਜਿਹੜੀ ਗੱਲ ਤੁਸੀਂ ਡਿਮਾਂਡ ਲਗਾਤਾਰ ਕਰ ਰਹੇ ਹੈਗੇ ਹੋ 2017 ਵਾਲੇ, ਉਹ ਕਹਿੰਦੇ ਇਹਨੂੰ ਰੱਦ ਕਰੋ ਕਿਉਂਕਿ ਉਹ ਵੀ ਸਹੀ ਨਹੀਂ ਹੈਗੇ। ਤੇ ਜਿਹੜੇ ਹੁਣ ਜੇ ਦੇਖਿਆ ਜਾਵੇ ਹੁਣ ਸਥਿਤੀ ਕੀ ਬਣ ਗਈ ਜੀ? ਪਹਿਲਾਂ ਤਾਂ ਇਕੱਲਾ ਕੇਂਦਰ ਦੇ ਕਾਨੂੰਨਾਂ ਦੇ ਉਲਟ ਸੀਗੇ, ਕਿਸਾਨ ਨੂੰ ਲੱਗਦਾ ਨਹੀਂ ਵੀ ਸ਼ਾਇਦ ਭੰਬਲ ਭੁੱਸਾ ਹੀ ਪੈ ਗਿਆ, ਤਾਂ ਵੀ ਇਹ ਕੀ ਹੋਇਆ, ਫਾਇਦਾ ਹੋਇਆ ਨੁਕਸਾਨ ਹੋ ਗਿਆ? ਉਹਨੂੰ ਕੈਪਟਨ ਕਾਨੂੰਨ ਤਾਂ ਬਣੂਗਾ ਜੇ ਮੋਦੀ ਸਾਹਿਬ ਹਾਂ ਕਰਨਗੇ। ਮੋਦੀ ਨੇ ਹਾਂ ਕਰਨੀ ਨਹੀਂ ਕਿਉਂਕਿ ਮੋਦੀ ਨੇ ਆਪ ਬਿਹਾਰ 'ਚ ਵੀ ਕਹਿਤਾ ਕਿ ਮੇਰੇ 3 ਕਾਨੂੰਨ ਲਾਗੂ ਰਹਿਣਗੇ। ਸੋ ਕੈਪਟਨ ਨੇ ਕਨਕਰੈਂਟ ਲਿਸਟ ਵਿੱਚ ਪਾਇਆ। ਜਿਵੇਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਦੇਸ਼ ਦਾ ਸੰਵਿਧਾਨ ਬਣਿਆ, ਅੰਬੇਡਕਰ ਸਾਹਿਬ ਨੇ ਜੋ ਬਣਾਇਆ, ਉਹਦੇ 'ਚ ਸੂਬਿਆਂ ਦੇ ਅਧਿਕਾਰ ਅਲੱਗ ਕਰਤੇ, ਸੈਂਟਰ ਦੇ ਅਧਿਕਾਰ ਅਲੱਗ ਕਰਤੇ, ਇੱਕ ਵਿਚਾਲੇ ਅਧਿਕਾਰ ਕਨਕਰੈਂਟ ਲਿਸਟ ਕਹੀ ਜਾਂਦੀ ਹੈ ਕਿ ਕਨਕਰੈਂਟ ਲਿਸਟ ਵਿੱਚ ਦੋਨੋਂ ਸੂਬਾ ਤੇ ਜਾਂ ਸੈਂਟਰ ਕਾਨੂੰਨ ਬਣਾ ਸਕਦੀ ਹੈ, ਪਰ ਜੇ ਦੋਨੋਂ ਇਕੱਠੇ ਬਣਾਉਣਗੇ ਤੇ ਫਿਰ ਸੈਂਟਰ ਦੀ ਮੰਨਿਆ ਜਾਊਗਾ। ਕਈ ਕਾਨੂੰਨ ਆਪਣੇ ਸੂਬੇ ਦੇ ਆ ਜਿਹੜੇ ਇਕੱਲੇ ਸੂਬੇ ਬਣਾ ਸਕਦਾ, ਸੈਂਟਰ ਕੁਝ ਨਹੀਂ ਕਰ ਸਕਦੀ। ਜਿਹੜਾ ਆਪਣਾ APMC ਐਕਟ ਆਪਾਂ ਮੰਡੀ ਬੋਰਡ ਬਣਾਇਆ, ਐਜਸ ਐਕਟ ਥੱਲੇ ਬਣਾਇਆ, ਉਹ ਅਧਿਕਾਰ ਆਪਣੇ ਕੋਲੇ ਇਕੱਲਾ ਹੋ ਜਿਹਦੇ ਸੈਂਟਰ ਕੁਝ ਨਹੀਂ ਕਰ ਸਕਦੀ। ਤੇ ਹੱਲ ਫਿਰ ਸੁਖਬੀਰ ਜੀ ਕੀ ਦੇਖਿਆ? ਇਹਦਾ ਹੱਲ ਇੱਕੋ ਹੀ ਸੀ ਜਿਹੜਾ ਅਸੀਂ ਕਿਹਾ ਕਿ ਤੁਸੀਂ ਐਗਰੀਕਲਚਰ ਥੱਲੇ ਪੰਜਾਬ ਅਸੈਂਬਲੀ 'ਚ ਲੈ ਕੇ ਆਉਣਾ ਸੀ ਇਹਨਾਂ ਨੂੰ। ਕਿ ਜਿਵੇਂ ਮੰਡੀ ਯਾਰਡ ਹੈ, ਕੀ ਹੁੰਦਾ ਹੈ ਕਿ ਜਿਵੇਂ ਆਪਾਂ ਮੰਡੀ ਆਪਣੇ ਜੈਤੋ ਮੰਡੀ ਹੈ, ਡੱਬ ਵਾਲੀ ਦੇ ਮੰਡੀ, ਆਪਣੇ ਬਠਿੰਡੇ ਮੰਡੀ ਹੈ, ਮਾਨਸਾ ਮੰਡੀ ਹੈ, ਜਿੱਥੇ ਮੰਡੀ ਆਪਾਂ ਫਸਲ ਵੇਚਦੇ ਹਾਂ, ਕੋਈ 5 ਏਕੜ 10 ਏਕੜ 'ਚ ਹੈ। ਆਪਣਾ ਜਿਹੜੇ APMC ਐਕਟ 361 'ਚ ਹੈ ਉਹ ਮੰਡੀ ਯਾਰਡ ਕਹਿੰਦੇ ਉਹਨੂੰ, ਨਾਲ ਸਾਰੇ ਜਿਹੜੇ ਪਿੰਡ ਜੋੜ ਦਿੰਦੇ ਸੀ। ਅਸੀਂ ਜਿਹੜਾ ਸੈਂਟਰੀ ਸਰਕਾਰ ਨੇ ਕੀ ਕੀਤਾ, ਉਹ ਜਿਹੜਾ ਮੰਡੀ ਯਾਰਡ ਆ ਉਹਨੂੰ ਤਾਂ APMC ਥੱਲੇ ਰਹਿਣ ਦਿੱਤਾ, ਬਾਕੀ ਏਰੀਆ ਨੂੰ ਕਿਹਾ ਕਿ ਪ੍ਰਾਈਵੇਟ ਕਰ ਸਕਦਾ ਕੁਝ। ਸੋ ਜਿਹੜੇ APMC ਐਕਟ ਮੈਂ ਕਿਹਾ ਸੀ ਕਿ ਸੈਂਟਰ ਕੈਪਟਨ ਸਾਹਿਬ ਨੂੰ ਕਿ ਤੁਸੀਂ ਜਿਹੜਾ ਐਕਟ ਲੈ ਕੇ ਆਓ ਜਿਹੜਾ ਜਿੱਥੇ ਤੁਸੀਂ ਸਾਰੇ ਪੰਜਾਬ ਨੂੰ ਇੱਕ ਮੰਡੀ ਯਾਰਡ ਡਿਕਲੇਅਰ ਕਰ ਦਿਓ, ਉਹ ਤੁਹਾਡਾ ਅਧਿਕਾਰ ਵੀ ਹੈ, ਤੁਹਾਡਾ ਰਾਈਟ ਵੀ ਹੈ। ਤੇ ਤੁਸੀਂ ਜਦੋਂ ਕਰ ਦੋਗੇ ਨਾਲ ਦੇ ਨਾਲ ਸੈਂਟਰ ਦੇ ਕਾਨੂੰਨ ਸਾਰੇ ਰੱਦ ਹੋ ਜਾਣਗੇ, ਸੈਂਟਰ ਕੁਝ ਕਰ ਵੀ ਨਹੀਂ ਸਕੂਗਾ। ਪਰ ਕਿਉਂਕਿ ਇਹਨਾਂ ਦਾ ਇਰਾਦਾ ਠੀਕ ਨਹੀਂ ਸੀ, ਸੈਂਟਰ ਦੇ ਦੋਨੋਂ ਨੂੰ ਇਕੱਠੇ ਇੱਕ ਦੂਜੇ ਨੂੰ ਖੁਸ਼ ਕਰਨ 'ਤੇ ਲੱਗੇ ਹੈ ਤੇ ਉਹਨਾਂ ਨੇ ਕੀਤਾ ਨਹੀਂ। ਤਾਈਓ ਮੈਂ ਕਿਹਾ ਨਾ ਕਿ ਸਾਨੂੰ ਜਦੋਂ ਪੜ੍ਹਿਆ, ਜੋ ਸ਼ਾਮ ਨੂੰ ਅਸੀਂ ਵਕੀਲਾਂ ਨਾਲ ਗੱਲ ਕੀਤੀ, ਪੜ੍ਹਿਆ, ਵਕੀਲਾਂ ਨੇ ਦੱਸਿਆ ਕਿ ਤੁਹਾਡੇ ਨਾਲ ਬਹੁਤ ਵੱਡਾ ਧੋਖਾ ਕੈਪਟਨ ਨੇ ਕੀਤਾ। ਇਹਨੇ ਤਿੰਨੇ ਕਾਨੂੰਨ ਰੱਦ ਕਰਨ ਦੀ ਬਜਾਏ ਤਿੰਨੇ ਕਾਨੂੰਨ ਸੈਂਟਰ ਦੀ ਨੂੰ ਮਾਨਤਾ ਦੇਤੀ ਹੈ। ਉਹਨੇ ਇਕੱਲਾ ਮੰਨ ਲਿਆ ਕਾਨੂੰਨ ਠੀਕ ਹੈ, ਪਰ ਇਕੱਲੇ ਸੋਧ ਮੰਗੀ ਹੈ ਕਿ ਆ 3-4 ਲਾਈਨਾਂ ਬਦਲ ਦਿਓ। ਦੂਜੀ ਗੱਲ, ਆਪਣੇ ਕਾਨੂੰਨ ਜੇ ਕੈਪਟਨ ਨੇ ਬਣਾਇਆ ਉਹਦੇ 'ਚ ਕਿਤੇ ਨਹੀਂ ਲਿਖਿਆ ਕਿ MSP ਜਾਰੀ ਰਹੂਗੀ, MSP ਤੇ 22 ਸਫਲਾਂ ਦੀ ਖਰੀਦ ਜਾਰੀ ਰਹੂਗੀ। ਜਿਹੜੇ ਕਿਸਾਨ ਜਥੇਬੰਦੀ ਨੇ ਕਿਹਾ ਸੀ ਕਿ ਕੈਪਟਨ ਵੀ ਆਪਣਾ ਕਾਨੂੰਨ ਜਿਹੜਾ 2017 ਦਾ ਜਿੱਥੇ ਕਾਰਪੋਰੇਟ ਕੰਪਨੀ ਨੂੰ ਅੰਦਰ ਲਾਉਣ ਦੀ ਇਜਾਜ਼ਤ ਦਿੱਤੀ ਉਹ ਵੀ ਰੱਦ ਕਰੇ। ਉਹਨੇ ਆਪਣੇ ਐਕਟ ਦੇ ਵਿੱਚ ਤਾਂ ਕਹਿਤਾ ਕਿ ਉਹ ਰੱਦ ਨਹੀਂ ਹੋਊਗਾ, ਉਹ ਜਾਰੀ ਰਹੂਗਾ। ਸੋ ਜੋ ਮੰਗ ਸੀ ਕਿਸਾਨਾਂ ਦੀ ਉਹ ਤਾਂ ਕੋਈ ਮੰਨੀ ਨਹੀਂ।
ਸਗੋਂ ਉਹਨਾਂ ਦੇ ਜ਼ਖਮਾਂ ਤੇ ਨਮਕ ਛਿੜਕੇ ਨੇ। ਜੇ ਮੰਨ ਲਾਂਦੇ ਕੀ ਫਰਕ ਪੈ ਜਾਂਦਾ ਵੀ ਜਿਵੇਂ ਤੁਸੀਂ ਸਲਾਹ ਦਿੱਤੀ ਹੈ ਇਹ ਚੀਜ਼ ਪਤਾ ਤਾਂ ਉਹਨਾਂ ਨੂੰ ਵੀ ਹੋਏਗਾ। ਮੈਂ ਉਹ ਕਹਿੰਦਾ ਸੌਖਾ ਹੱਲ ਹੈ, 5 ਮਿੰਟ ਦਾ ਕੰਮ ਹੈ, ਅੱਜ ਵੀ ਚੋਣ ਕੈਪਟਨ ਕਰ ਸਕਦਾ। ਫਿਰ ਤੋਂ ਕੈਬਨਿਟ ਮੀਟਿੰਗ ਸੱਦੇ, ਪੂਰੀ ਪੰਜਾਬ ਨੂੰ ਇੱਕ ਮੰਡੀ ਡਿਕਲੇਅਰ, ਇੱਕ ਯਾਰਡ ਡਿਕਲੇਅਰ ਕਰ ਦੇ ਤੇ ਸੈਂਟਰ ਦੇ ਕਾਨੂੰਨ ਸੈਂਟਰ ਤੋਂ ਖੜਾ ਛੁੱਟ ਜੂਗਾ। ਪਰ ਇਰਾਦਾ ਨਹੀਂ। ਸੁਖਬੀਰ ਜੀ ਲਗਾਤਾਰ ਉਹ ਕਹਿ ਰਹੇ ਨੇ, ਕਹਿੰਦੇ ਪਹਿਲਾਂ ਪਾਣੀਆਂ ਦਾ ਰੱਖਾ, ਹੁਣ ਕੈਪਟਨ ਕਿਸਾਨੀ ਦਾ ਰੱਖਾ। ਸੋਸ਼ਲ ਮੀਡੀਆ ਤੇ ਇੱਕ ਕੰਪੇਨ ਵੀ ਸ਼ੁਰੂ ਕਰਤੀ ਹੈ, ਲੱਡੂ ਵੰਡੇ ਗਏ, ਪੜਾਕੇ ਚਲਾਤੇ ਕਈ ਥਾਵਾਂ ਤੇ। ਜੇ ਕਿਹਾ ਜਾਵੇ ਹੁਣ ਤੁਸੀਂ ਸਮਝਦੇ ਹੋ ਵੀ ਕਿ ਕਿਸਾਨ ਆਖਰ ਕੀ ਦੇਖ ਰਿਹਾ ਵੀ ਕੈਪਟਨ ਦੀ ਖੁਸ਼ੀਆਂ ਅਸੀਂ ਦੇਖ ਲਈਏ, ਉਹਨੂੰ ਜਿੱਤ ਮੰਨ ਲਈਏ, ਜਾਂ ਇਹ ਲੜਾਈ ਦੱਸ ਲਈ ਹੋਇਆ ਕੀ? ਇਹ ਤਾਂ ਸ਼ੁਰੂ ਵੀ ਨਹੀਂ ਕਹਿ ਸਕਦੇ। ਮੈਂ ਇਹ ਕਹਿਣਾ ਕਿ ਬੇਵਕੂਫ ਬਣਾਤਾ। ਪਾਣੀਆਂ ਦਾ ਰੱਖਾ ਕੀ ਪੰਜਾਬ ਨੂੰ ਪਾਣੀ ਮਿਲ ਗਿਆ? ਜਦੋਂ ਦੇ ਆਪਾਂ ਲੜਾਈ ਲੜ ਰਹੇ ਪਾਣੀਆਂ ਦੇ ਕੀ ਸਾਨੂੰ ਮਿਲਿਆ? ਸਾਡੀ ਲੜਾਈ ਸ਼੍ਰੋਮਣੀ ਅਕਾਲੀ ਦਲ ਸੀ ਕਿ ਨਾ ਹਰਿਆਣੇ ਨੂੰ ਪਾਣੀ ਜਾਣਾ ਚਾਹੀਦਾ ਤੇ ਨਾ ਰਾਜਸਥਾਨ ਨੂੰ। ਹਰਿਆਣੇ ਨੂੰ ਵੀ ਪਾਣੀ ਕਾਂਗਰਸ ਦੀ ਇੰਦਰਾ ਗਾਂਧੀ ਨੇ ਦਿੱਤਾ, ਰਾਜਸਥਾਨ ਨੂੰ ਵੀ ਪਾਣੀ ਵੀ ਇੰਦਰਾ ਗਾਂਧੀ ਨੇ ਦਿੱਤਾ। ਕੈਪਟਨ ਨੇ ਜਦੋਂ ਕਾਨੂੰਨ ਲੈ ਕੇ ਆਇਆ ਉਵੇਂ ਹੀ ਕੀਤਾ ਜਿਵੇਂ ਹੁਣ ਕੀਤਾ ਨਾ। ਉਦੋਂ ਵੀ ਸੈਸ਼ਨ ਬੁਲਾਇਆ ਕਿ ਸੁਪਰੀਮ ਕੋਰਟ 'ਚ ਅਸੀਂ ਸ਼ਾਮ ਤੱਕ ਦੇਣਾ ਹੈ ਕਿ ਅਸੀਂ ਪੰਜਾਬ ਨੂੰ ਬਚਾਉਣਾ ਹੈ। ਉਦੋਂ ਵੀ ਐਕਟ ਟੇਬਲ ਤੇ ਲਿਆਂਦਾ, ਪਹਿਲੇ ਦਿਖਾਇਆ ਨਹੀਂ। ਅਸੀਂ ਬੜਾ ਰੌਲਾ ਪਿਆ ਦਿਖਾਓ, ਉਸੇ ਟਾਈਮ 'ਚ ਕਹਿੰਦਾ ਮੈਂ ਸ਼ਾਮ ਤੱਕ 4 ਵਜੇ ਤੱਕ ਸਾਨੂੰ ਸੁਪਰੀਮ ਕੋਰਟ ਦਾ ਨੋਟਿਸ ਆ ਗਿਆ, ਅਸੀਂ ਕਰਨਾ ਹੈ। ਅਸੀਂ ਕਿਹਾ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਤੁਹਾਡੇ ਨਾਲ ਹੈ। ਪਰ ਉਹਦੇ 'ਚ ਵੱਡੀ ਨੁਕਸਾਨ ਜਿਹੜਾ ਕਰ ਗਿਆ ਕੈਪਟਨ, ਰਾਖਾ ਕੀ ਹੈ? ਪਾਣੀਆਂ ਦਾ ਪੰਜਾਬ ਦਾ ਦੁਸ਼ਮਣ ਮੈਂ ਕਹਿਣਾ ਚਾਹੀਦਾ ਕੈਪਟਨ ਅਮਰਿੰਦਰ ਸਿੰਘ ਹੈ। ਉਹਨੇ 5 ਕਲਾਸ ਦੇ ਵਿੱਚ ਲਿਖਤਾ ਕਿ ਅੱਜ ਤੱਕ ਜੋ ਪਾਣੀ ਹਰਿਆਣੇ ਨੂੰ ਜਾਂਦਾ ਤੇ ਜੋ ਪਾਣੀ ਰਾਜਸਥਾਨ ਜਾਂਦਾ ਹੈ ਉਹ ਪੰਜਾਬ ਦੀ ਅਸੈਂਬਲੀ ਉਹਨੂੰ ਮੰਨਦੀ ਹੈ ਤੇ ਅਲਾਓ ਕਰੂਗੀ। ਦੇਖੋ ਕਿੱਡਾ ਵੱਡਾ ਧੋਖਾ। ਅੱਜ ਜੇ ਅਸੀਂ ਸੁਪਰੀਮ ਕੋਰਟ 'ਚ ਅਸੀਂ ਲੜਾਈ ਲੜ ਰਹੇ ਹਾਂ ਤੇ ਸੁਪਰੀਮ ਕੋਰਟ ਦੇ ਜੱਜ ਨੇ ਆਈ ਕਿਹਾ ਕਿ ਤੁਹਾਡੀ ਅਸੈਂਬਲੀ 'ਚ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਕਹਿਤਾ ਹਰਿਆਣੇ ਦਾ ਪਾਣੀ ਸਹੀ ਜਾ ਰਿਹਾ ਤੇ ਰਾਜਸਥਾਨ ਜਾ ਰਿਹਾ ਸਹੀ ਜਾ ਰਿਹਾ, ਫਿਰ ਤੁਸੀਂ ਕਿਉਂ ਲੜਾਈ ਲੜ ਰਹੇ ਹੋ? ਦੇਖੋ ਕੈਪਟਨ ਧੋਖੇ ਤੇ ਧੋਖਾ। ਵੋਟਾਂ ਲੈਣੀਆਂ ਸੀ, ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਗਿਆ। ਜਿਹੜਾ ਬੰਦਾ ਝੂਠ ਬੋਲਣ ਦੀ ਆਦੀ ਹੋ ਜੇ ਨਾ, ਡਰਾਮਾ ਕਰਨ ਦੀ, ਕਿਤੇ ਨਾ ਕਿਤੇ ਫਸ ਜਾਂਦਾ। ਹੁਣ ਫਸ ਗਿਆ। ਮੈਂ ਕੈਪਟਨ ਸਾਹਿਬ ਨੂੰ ਸਵਾਲ ਪੁੱਛਣਾ ਚਾਹਣਾ ਅੱਜ। ਕੈਪਟਨ ਸਾਹਿਬ ਤੁਸੀਂ ਲੱਡੂ ਵੰਡਣਾ ਸ਼ੁਰੂ ਕਰਤਾ, ਕੀ ਪੰਜਾਬ 'ਚ ਲਾਗੂ ਹੋ ਗਿਆ ਐਕਟ? ਕੀ ਸੈਂਟਰ ਦਾ ਐਕਟ ਹੁਣ ਖਤਮ ਹੋ ਗਏ? ਮੇਰੇ ਸਵਾਲ ਹੈ ਕੈਪਟਨ ਨੂੰ, ਦੱਸੋ ਕਿ ਕਦੋਂ ਤੱਕ ਜਿਹੜਾ ਤੁਸੀਂ ਅਸੈਂਬਲੀ 'ਚ ਪਾਸ ਕੀਤਾ ਕਦੋਂ ਉਹ ਜਿਹੜਾ ਮਤਾ ਆ ਉਹ ਐਕਟ ਕਾਨੂੰਨ ਬਣੂਗਾ? ਮੈਨੂੰ ਤਰੀਕ ਦੱਸ ਦਿਓ। ਦੂਜੀ ਗੱਲ ਮੈਨੂੰ ਦੱਸੋ ਕੀ ਤੁਹਾਡੇ ਜਿਹੜੇ ਮਤਾ ਤੁਸੀਂ ਪਾਸ ਕੀਤਾ ਹੈ ਪੰਜਾਬ ਦੀ ਅਸੈਂਬਲੀ 'ਚ ਐਕਟ ਪਾਸ ਕੀਤਾ, ਕੀ ਉਸ ਐਕਟ ਨੇ ਦਿੱਲੀ ਦੇ ਐਕਟ ਨੂੰ ਰੱਦ ਕਰਤਾ ਹੈ? ਤੀਜਾ ਸਵਾਲ, ਕੀ ਤੁਹਾਡੇ ਆਪਣੇ ਐਕਟ ਵਿੱਚ ਕੀ ਤੁਸੀਂ MSP ਯਕੀਨੀ ਬਣਾਉਣ ਦਾ ਕਾਨੂੰਨ ਬਣਾਤਾ ਹੈ? ਕੀ ਤੁਹਾਡੇ ਐਕਟ ਜਿਹੜਾ ਕੀਤਾ 22 ਫਸਲਾਂ ਨੂੰ ਚੱਕਣ ਦਾ ਗਾਰੰਟੀ ਦੇਤੀ ਹੈ? ਮੈਨੂੰ ਸਵਾਲ ਜਵਾਬ ਦੇ ਦੇਣ ਕੈਪਟਨ ਸਾਹਿਬ। ਸੁਖਬੀਰ ਜੀ ਉਹ ਤਾਂ ਕਹਿੰਦੇ ਉਹਨਾਂ ਨੂੰ ਤਾਂ ਕਹਿੰਦੇ ਰਾਸ਼ਟਰਪਤੀ ਸ਼ਾਸਨ ਦਾ ਡਰ ਸਤਾ ਰਿਹਾ, ਜੇਬ 'ਚ ਮੈਨੇ ਅਸਤੀਫਾ ਦਿਖਾਤਾ। ਉਹ ਕਹਿੰਦੇ ਸਾਰੇ ਅਸਤੀਫਾ ਦੇ ਦਾਂਗੇ ਅਸੀਂ, ਕਹਿੰਦੇ ਹਾਲਾਤ ਹੈ ਜੋ ਨਹੀਂ। ਫਿਰ ਦੇਣਾ ਕਿਉਂ? ਦੇ ਹੁਣੀ, ਡਰਦੇ ਕਿਉਂ ਹੈ? ਅਸਤੀਫਾ ਐਂ ਦੱਸਣ ਦੀ ਲੋੜ ਨਹੀਂ ਹੁੰਦੀ। ਜਿਹੜੇ ਬੰਦੇ ਦਿਲ ਸਾਫ਼ ਹੋਏ ਨਾ ਉਹ ਦੱਸਦਾ ਨਹੀਂ ਹੁੰਦਾ। ਦੱਸਦਾ ਉਹ ਹੁੰਦਾ ਜਿਹੜਾ ਬੰਦਾ ਡਰਾਮੇ ਕਰਦਾ ਹੋਏ। ਕੀ ਹਰਸਿਮਰਤ ਕੌਰ ਬਾਦਲ ਨੇ ਪਹਿਲੇ ਮੀਡੀਆ 'ਚ ਦੱਸਿਆ ਸੀ ਕਿ ਮੈਂ ਅਸਤੀਫਾ ਦੂੰਗੀ? ਜਦੋਂ ਉਹਨਾਂ ਨੇ ਦੇਖਿਆ ਕਿ ਉਹਨਾਂ ਨੇ ਸਾਡੇ ਨਾਲ ਠੱਗੀ ਮਾਰੀ ਹੈ ਤੇ ਨਾਲ ਦਾ ਚਲਾ ਕੇ ਮਾਰਿਆ। ਦੱਸਣ ਦੀ ਲੋੜ ਨਹੀਂ ਹੁੰਦੀ, ਦਿਲ ਸਾਫ਼ ਚਾਹੀਦਾ ਤੁਹਾਡਾ। ਤੇ ਜਿਸ ਤਰ੍ਹਾਂ ਦੇ ਨਾਲ NDA ਦੇ ਹਾਲਾਤ ਦੇਖੇ ਗਏ, ਸੁਖਬੀਰ ਜੀ ਤੁਸੀਂ ਇੰਨਾ ਸਮਾਂ ਉਹਨਾਂ ਦੇ ਨਾਲ ਰਹੇ ਹੋ, ਵੱਡੇ ਬਾਦਲ ਸਾਹਿਬ ਦਾ ਤਾਂ ਦੇਖਿਆ ਜਾਵੇ ਸਤਿਕਾਰ ਜਿਵੇਂ NDA 'ਚ ਸੀਗਾ, ਤੇ ਜਿਸ ਇਹ ਟੁੱਟਿਆ, NDA ਬਦਲ ਗਿਆ, ਲੋਕ ਬਦਲ ਗਏ, ਹੋਇਆ ਕੀ ਅਸਰ ਸੀ? NDA ਉਹ ਨਹੀਂ ਰਿਹਾ। ਹੁਣ NDA 'ਚ ਪਾਰਟੀਆਂ ਖਤਮ ਹੋ ਗਈਆਂ। ਹੁਣ BJP ਹੈ। ਤੁਸੀਂ ਅੱਜ ਦੀ ਤਰੀਕ 'ਚ ਸੈਂਟਰ ਦੀ ਸਰਕਾਰ ਵਿੱਚ ਇਕੱਲੇ BJP ਦੇ ਮਿਨਿਸਟਰ ਹੈ, ਇਕੱਲੇ BJP, ਇੱਕ ਵੀ ਹੋਰ ਪਾਰਟੀ ਦਾ ਮਿਨਿਸਟਰ ਨਹੀਂ ਹੈ ਪੰਜਾਬ ਮੋਦੀ ਸਾਹਿਬ ਦੀ ਕੈਬਨਿਟ 'ਚ। NDA ਕੀ ਰਹਿ ਗਿਆ? ਸਾਰੀਆਂ ਨੇ ਛੱਡਤਾ ਹੈ। ਹੁਣ ਤਾਂ ਇੱਕ ਦੋ MLA MP ਵਾਲੀਆਂ 2-4 ਹੈਗੀਆਂ ਜਿਹੜੀਆਂ ਰੀਜਨਲ, ਥੋੜ੍ਹਾ ਕੋਈ ਪਾਰਟੀ ਨੈਸ਼ਨਲ ਲੈਵਲ ਜਾਂ ਸਟੇਟ ਲੈਵਲ ਦੀ ਵੀ ਪਾਰਟੀ ਮੰਨੀ ਜਾਂਦੀ ਹੈ। ਉਦੋਂ ਵਾਜਪਾਈ ਜੀ ਸੀ, ਹਰ ਪਾਰਟੀ ਦਾ ਸਾਰੇ ਇੰਡੀਆ ਦੀਆਂ ਮੀਟਿੰਗਾਂ ਹੁੰਦੀਆਂ ਸੀ, ਕੋਈ ਇਸ਼ੂ ਆਉਂਦਾ ਸਾਨੂੰ ਬੁਲਾਉਂਦੇ, ਸੁਝਾਅ ਲੈਂਦੇ। ਹੁਣ ਤੱਕ ਕਿਤੇ ਪੁੱਛੇ ਨਹੀਂ। ਖੇਤੀ ਦੇ ਕਾਨੂੰਨ ਲਿਆ ਰਹੇ ਹੋ। ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪੁਰਾਣੀ ਉਹਨਾਂ ਦੀ ਸਾਥ ਵਾਲੀ ਪਾਰਟੀ ਹੈ, ਖੇਤੀ ਨਾਲ ਸੰਬੰਧਿਤ ਹੈ, ਸਭ ਤੋਂ ਵੱਡੀ ਕਿਸਾਨਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ। ਬਾਦਲ ਸਾਹਿਬ ਪੂਰੇ ਦੇਸ਼ ਦੇ ਕਿਸਾਨਾਂ ਦੇ ਲੀਡਰ ਮੰਨੇ ਜਾਂਦੇ ਹੈ, ਬੁਲਾਏ ਨਹੀਂ, ਪੁੱਛੇ ਨਹੀਂ। ਇਹ ਤੋਂ ਮਾੜੀ ਗੱਲ ਕੀ ਹੈ?
ਤੁਹਾਡੀ ਸਪੀਚ ਸੁਣ ਰਹੇ ਸੀ ਬਠਿੰਡੇ, ਜਦੋਂ ਤੁਸੀਂ ਸਪੀਚ ਦਿੱਤੀ ਤੁਸੀਂ ਕਿਹਾ ਕਿ ਬਾਦਲ ਸਾਹਿਬ ਬਹੁਤ ਘੱਟ ਥਾਪੀ ਦਿੰਦੇ ਨੇ, ਥਾਪੀ ਦਿੱਤੀ ਉਹਨਾਂ ਨੇ, ਤੁਸੀਂ ਅਸਤੀਫਾ ਦਿੱਤਾ, ਐਨਡੀਏ ਤੋਂ ਪਰੇ ਹੋ ਗਏ। ਵੈਸੇ ਲੱਗਦਾ ਇਹ ਸੀਗਾ ਵੀ ਸ਼ਾਇਦ ਇੰਨਾ ਲੰਬਾ ਸਾਥ ਆ ਦੁੱਖ ਹੋਣਾ ਚਾਹੀਦਾ, ਕਿਤੇ ਨਾ ਕਿਤੇ ਉਹਨਾਂ ਨੂੰ ਲੱਗਿਆ ਹੋਊਗਾ, ਪਰ ਤੁਸੀਂ ਸਮਝਿਆ ਕਿ ਆਖਰਕਾਰ ਕਿਸਾਨਾਂ ਅੱਗੇ ਕੋਈ ਚੀਜ਼ ਵੱਡੀ ਹੈ ਨਹੀਂ ਪੰਜਾਬ ਵਾਸਤੇ। ਬਾਦਲ ਸਾਹਿਬ ਨੇ ਸਾਰੀ ਜ਼ਿੰਦਗੀ ਅਸੂਲਾਂ ਤੇ ਲੜਾਈ ਲੜੀ ਹੈ, ਨਾ ਸਰਕਾਰ ਦੀ ਪਰਵਾਹ ਕੀਤੀ ਹੈ, ਨਾ ਮਿਨਿਸਟਰੀਆਂ ਦੀ ਪਰਵਾਹ ਕੀਤੀ ਹੈ। ਤਾਂ ਹੀ ਉਹ 16 ਸਾਲ ਉਹਨੂੰ ਜੇਲ੍ਹਾਂ 'ਚ ਰੱਖਤਾ। ਕੋਈ ਬੰਦਾ ਜੇਲ੍ਹ ਜਾਣ ਨੂੰ ਤਿਆਰ ਹੁੰਦਾ? ਤੁਸੀਂ ਇੱਕ ਘੰਟਾ ਤੁਸੀਂ ਕਿਸ ਨੂੰ ਅੰਦਰ ਕਰਦੇ ਹੋ, ਬੁਰਾ ਹਾਲ ਹੋ ਜਾਂਦਾ। ਇੱਥੇ 3-3 ਸਾਲ ਕਿਤੇ ਕੋਂਬਟੂਰ ਦੀ ਜੇਲ੍ਹ 'ਚ, ਕਿਤੇ ਜਬਲਪੁਰ ਦੀ ਜੇਲ੍ਹ 'ਚ, ਕਿਤੇ ਹੋਰ ਕਿਤੇ ਦੂਰ ਕਰਨਾਟਕਾ ਕੇਰਲਾ ਦੀਆਂ ਜੇਲ੍ਹਾਂ 'ਚ 2-2 ਸਾਲ ਉਹਨਾਂ ਨੂੰ ਰੱਖਿਆ, ਇੱਕ ਕਮਰੇ 'ਚ ਨਜ਼ਰਬੰਦ ਕਰਕੇ ਰੱਖਿਆ। ਕੋਈ ਚਾਹੁੰਦਾ ਜਾਣਾ? ਪਰ ਅਸੂਲਾਂ ਦੀ ਲੜਾਈ ਸੀ, ਅਸੂਲਾਂ ਦੀ। ਹੁਣ ਵੀ ਜਦੋਂ ਮੈਂ ਗੱਲ ਕੀਤੀ, ਜਦੋਂ ਮੈਂ ਬਾਦਲ ਸਾਹਿਬ ਨੂੰ ਮੈਂ ਦੱਸਿਆ ਕਿ ਜੀ ਉਹਨਾਂ ਨੇ ਸਾਡੇ ਨਾਲ ਧੋਖਾ ਕਰਤਾ ਅਤੇ ਆਪਾਂ ਨੂੰ ਕੀ ਕਰਨਾ ਚਾਹੀਦਾ, ਬਾਦਲ ਸਾਹਿਬ ਨੇ ਮੈਨੂੰ ਉਦੋਂ ਕਿਹਾ ਇਮੀਡੀਏਟਲੀ ਅਸਤੀਫਾ ਦੇ ਦਿਓ ਅਤੇ ਇਹਨਾਂ ਨਾਲ ਨਾਤਾ ਤੋੜ ਦਿਓ। ਜਿਹੜੀ ਪਾਰਟੀ ਸਮਝ ਨਹੀਂ ਸਕਦੀ ਪੰਜਾਬ ਦੇ ਕਿਸਾਨਾਂ ਦੀ ਭਾਵਨਾ, ਕਿਸਾਨੀ ਇਕੱਲੀ ਆਹ ਜਿਹੜੀ ਲੜਾਈ ਇਕੱਲੀ ਕਿਸਾਨੀ ਦੀ ਨਹੀਂ ਹੈ, ਆਹ ਸਮੁੱਚੇ ਪੰਜਾਬ ਦੀ ਹੈ। ਜੇ ਕਿਸਾਨ ਖੁਸ਼ ਹੈ ਅਤੇ ਆੜਤੀਆ ਖੁਸ਼ ਹੈ, ਖੇਤ ਮਜ਼ਦੂਰ ਖੁਸ਼ ਹੈ, ਵਪਾਰੀ ਖੁਸ਼ ਹੈ। ਜੇ ਕਿਸਾਨ ਖੁਸ਼ ਹੈ ਨਾ, ਮੰਡੀਆਂ 'ਚ ਖਰੀਦ ਤਾਂ ਹੋਊਗੀ, ਕੱਪੜੇ ਤਾਂ ਵਿਕਣਗੇ, ਜਿਹੜੀ ਸਾਰੀਆਂ ਚੀਜ਼ਾਂ ਤਾਂ ਵਿਕਣਗੀਆਂ। ਜੇ ਕਿਸਾਨ ਕੋਲ ਹੀ ਪੈਸਾ ਨਾ ਰਿਹਾ ਤਾਂ ਕਿਸੇ ਨੇ ਆਉਣਾ ਹੀ ਨਹੀਂ ਮੰਡੀਆਂ 'ਚ। ਸੋ ਪੂਰੀ ਇਕੋਨਮੀ ਕਿਸਾਨ 'ਤੇ ਡਿਪੈਂਡੈਂਟ ਹੈ। ਐਡਾ ਵੱਡਾ ਧੋਖਾ ਦੇਣ ਦੇ ਬਾਅਦ ਅਸੀਂ ਨਹੀਂ ਉਸ ਪਾਰਟੀ ਨਾਲ ਅਲਾਇੰਸ ਕਰ ਸਕਦੇ। ਯਾਦ ਦੱਸ ਕੇ ਜਿਹੋ ਜਿਹੇ ਬਿਆਨ ਸੁਖਬੀਰ ਜੀ ਕਿਵੇਂ ਦੇਖਦੇ ਹੋਗੇ ਕਿ ਪਹਿਲਾਂ ਤਾਂ ਲੱਗਦਾ ਹੁੰਦਾ ਸੀ ਪੰਜਾਬ ਦੇ ਕਈ ਦਿਨਾਂ ਦੇ ਲੀਡਰਾਂ ਦੇ ਬਿਆਨ ਚੱਲੇ, ਬੜੇ ਕਈ ਭੜਕਾਊ ਸੀਗੇ, ਕਿਸਾਨਾਂ ਦੇ ਉਲਟ ਨਜ਼ਰ ਆਉਂਦੇ ਸੀ, ਪਰ ਜਦੋਂ ਜੇਪੀ ਨੱਡਾ ਤੇ ਪ੍ਰਧਾਨ ਮੰਤਰੀ ਬਿਆਨ ਇਹੋ ਜਿਹੇ ਦੇ ਦਿੰਦੇ ਨੇ, ਫਿਰ ਕੋਈ ਆਸ ਬੰਝਦੀ ਹੈ ਵੀ ਕੱਲ੍ਹ ਨੂੰ ਕੋਈ ਕਿਸੇ ਗੱਲ ਤੇ ਸਮਝੌਤਾ ਹੋ ਕੇ ਜਾਂ ਕਾਨੂੰਨਾਂ ਨੂੰ ਬਦਲਾ ਲਾਂਗੇ ਅਸੀਂ? ਜਿਹੜੀ ਮੈਂ ਅੱਜ ਬੀਜੇਪੀ ਦੀ ਪੋਲਿਟਿਕਸ ਦੇਖ ਰਿਹਾ, ਉਹਨਾਂ ਦਾ ਉਹ ਵੋਟ ਬੈਂਕ ਦੀ ਪੋਲਿਟਿਕਸ ਜ਼ਿਆਦਾ ਕਰਦੇ ਹੈ, ਤਰੱਕੀ ਦੀ ਪੋਲਿਟਿਕਸ ਨਹੀਂ। ਜਿਵੇਂ ਦੁਨੀਆ ਪੂਰੇ ਦੇਸ਼ ਵਿੱਚ ਹਿੰਦੂ ਅਤੇ ਮੁਸਲਿਮ ਦੀ ਲੜਾਈ ਕਰਾ ਕੇ ਹਿੰਦੂ ਭਾਈਚਾਰੇ ਦੀ ਵੋਟ ਲੈਣਾ ਚਾਹੁੰਦੇ, ਇੱਕ ਪਾਸੇ ਮੁਸਲਮਾਨ ਭਾਈਚਾਰੇ ਦੇ ਖਿਲਾਫ, ਉਵੇਂ ਜਿਹੜੀ ਮੈਂ ਹੁਣ ਦੇਖ ਰਿਹਾ ਪੰਜਾਬ 'ਚ ਥੋੜ੍ਹੇ ਦਿਨਾਂ ਦੀ, ਉਹ ਕਿਸਾਨ ਅਤੇ ਸ਼ਹਿਰੀਆਂ ਨੂੰ ਲੜਾਉਣ ਦੀ ਕੋਸ਼ਿਸ਼ ਕਰਨਗੇ, ਪਿੰਡ ਅਤੇ ਸ਼ਹਿਰ ਨੂੰ। ਉਹ ਕਹਿਣਗੇ ਅਸੀਂ ਆਪਣੀ ਵੋਟ ਕੌਨਸਨਟਰੇਟ ਕਰੀਏ, ਜਿਹੜੀ ਬਹੁਤ ਮਾੜੀ ਗੱਲ ਹੈ। ਉਹ ਕੀ ਕਰਨਗੇ, ਗਰੀਬ, ਇੱਕ ਹੋਰ ਵੀ ਜਿਹੜੇ ਛੋਟੇ ਖੇਤ ਮਜ਼ਦੂਰ ਹੈ ਅਤੇ ਕਿਸਾਨ ਨਾਲ ਲੜਾਉਣ ਨੂੰ ਸ਼ੁਰੂ ਕਰਤਾ ਇਹਨਾਂ ਨੇ। ਕਈ ਜਗ੍ਹਾ ਤੋਂ ਮੈਨੂੰ ਪਤਾ ਲੱਗਿਆ ਬੀਜੇਪੀ ਲੀਡਰ ਜਿਹੜੇ ਦਿਹਾੜੀ 'ਤੇ ਜਾਂਦੇ ਲੋਕ, ਖੇਤ ਮਜ਼ਦੂਰਾਂ ਨੂੰ ਕਹਿਣ ਲੱਗ ਗਏ ਕਿ ਜੇ ਟਾਟਾ ਬਿਰਲਾ ਆ ਗਏ, ਅਡਾਨੀ ਅੰਬਾਨੀ ਆ ਗਏ, ਤੁਹਾਨੂੰ ਪੱਕੀਆਂ ਨੌਕਰੀਆਂ ਮਿਲ ਜਾਣਗੀਆਂ ਖੇਤਾਂ, ਉਹਨਾਂ ਦੇ ਖੇਤਾਂ 'ਚ, ਉਹਨਾਂ ਦੀ ਕੰਪਨੀਆਂ ਵਿੱਚ। ਤੁਸੀਂ ਇਕੱਲੇ 8 ਘੰਟੇ ਕੰਮ ਕਰੋਗੇ, ਜਿਵੇਂ ਵੱਡੀਆਂ ਇੰਡਸਟਰੀ 'ਚ ਆਉਂਦੇ ਆ ਵੱਡੇ ਅੰਬਾਨੀ ਅਡਾਨੀ ਆ ਕੇ ਤੁਹਾਡੇ ਇੱਥੇ ਖੇਤ ਲੈ ਲੈਣਗੇ ਅਤੇ ਤੁਹਾਨੂੰ ਬਹੁਤ ਵੱਡਾ ਹੋਊਗਾ, ਤੁਹਾਨੂੰ ਬੋਨਸ। ਇਹ ਜਿਹੇ ਡਰਾਮੇ ਕਰਨ ਲੱਗੇ ਕਿਉਂਕਿ ਉਹ ਚਾਹੁੰਦੇ ਹੁਣ ਕਿਸਾਨ ਨਾਲ ਲੜਾਈਏ। ਮੈਂ ਬੀਜੇਪੀ ਨੂੰ, ਅਤੇ ਉਹਨਾਂ ਦੇ ਤੁਸੀਂ ਬਿਆਨ ਵੀ ਦੇਖ ਲਓ, ਹੁਣ ਧਰਮ ਚੁੱਕ ਦਾ ਬਿਆਨ ਕਿ ਜੇ ਕੋਈ ਕਿਸਾਨ 2 ਪੈਰਾਂ 'ਤੇ ਚੱਲ ਕੇ ਆਊਗਾ ਅਸੀਂ ਲੱਤਾਂ ਭੰਨ ਕੇ ਉਹਦੀਆਂ ਸਟੇਸ਼ਨਾਂ 'ਚ ਭੇਜਾਂਗੇ। ਇਹੋ ਜਿਹੇ ਬਿਆਨ, ਅੱਗ ਲਾਉਣ ਵਾਲੇ ਬਿਆਨ, ਭਰਾ ਅਤੇ ਭਰਾ ਨੂੰ ਲੜਾਉਣ ਵਾਲੇ ਬਿਆਨ, ਅਮਨ ਸ਼ਾਂਤੀ ਨੂੰ ਭਾਗਣ ਕਰਨ ਵਾਲੇ ਬਿਆਨ। ਉਹਨਾਂ ਨੂੰ ਦੇਖਣਾ ਚਾਹੀਦਾ। ਤੁਹਾਨੂੰ ਚੁੱਗ ਸਾਹਿਬ, ਤੁਹਾਨੂੰ ਪਤਾ ਨਹੀਂ ਕਿ ਪੰਜਾਬ ਕਿਹੋ ਜਿਹੇ ਦੌਰ ਤੋਂ ਨਿਕਲਿਆ। ਭਾਈਚਾਰਕ ਸਾਂਝ ਰੱਖਣੀ, ਅਮਨ ਸ਼ਾਂਤੀ ਰੱਖਣੀ ਪੰਜਾਬ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਸਾਡੇ ਲੀਡਰਾਂ ਦੀ। ਜੇ ਪੰਜਾਬ ਤਾਂ ਤਰੱਕੀ ਕਰੂਗਾ। ਮੇਰੇ ਪਿਤਾ ਬਾਦਲ ਸਾਹਿਬ ਨੇ ਮੈਨੂੰ ਇੱਕੋ ਹੀ ਗੱਲ ਸਿਖਾਈ ਹੈ ਅਤੇ ਜਿਹਦੀ ਮੈਂ ਆਪਣੇ ਮਨ 'ਚ ਵਸਾਈ ਹੈ, ਪੰਜਾਬ ਦੀ ਤਰੱਕੀ ਪੰਜਾਬ 'ਚ ਤਾਂ ਹੋਊਗੀ ਜੇ ਅਮਨ ਸ਼ਾਂਤੀ ਰਹੂਗੀ, ਭਾਈਚਾਰਕ ਸਾਂਝ ਰਹੂਗੀ, ਸਾਰੇ ਧਰਮਾਂ ਇਕੱਠੇ ਉਹਨੂੰ ਰੱਖੋਗੇ ਤੁਸੀਂ। ਲੀਡਰ ਉਹ ਨਹੀਂ ਹੈ ਚੰਗਾ ਜਿਹੜਾ ਇੱਕ ਧਰਮ ਨੂੰ ਕਰਕੇ। ਸਾਨੂੰ ਗੁਰੂ ਸਾਹਿਬ ਨੇ ਆਪਣੀ ਸਿੱਖਿਆ ਦਿੱਤੀ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ। ਦਰਬਾਰ ਸਾਹਿਬ ਦਾ ਨੀਂਹ ਪੱਥਰ ਗੁਰੂ ਸਾਹਿਬ ਕਿਸੇ ਸਿੱਖ ਤੋਂ ਰੁਕਾ ਸਕਦੇ ਸੀ, ਪਰ ਨਹੀਂ, ਮੁਸਲਮਾਨ ਤੋਂ ਰੁਕਾਇਆ, ਮੀਆਂ ਮੀਰ ਤੋਂ। ਕਿਉਂ? ਮੈਸੇਜ ਦੇਣ ਵਾਸਤੇ। ਚਾਰੇ ਦਰਵਾਜ਼ੇ ਖੁੱਲ੍ਹੇ ਆ, ਸਾਰਿਆਂ ਵਾਸਤੇ ਖੁੱਲ੍ਹੇ ਆ। ਮਕਸਦ ਇੱਕੋ ਹੀ ਸੀ ਕਿ ਉਹ ਸੂਬਾ, ਉਹ ਦੇਸ਼ ਕਾਮਯਾਬ ਹੋ ਸਕਦਾ ਹੈ ਜੇ ਆਪਾਂ ਸਾਰੇ ਸਿਟੀਜ਼ਨ ਨੂੰ ਇਕੱਠੇ ਲੈ ਕੇ ਚੱਲੀਏ, ਜਿਹੜੀ ਨੀਤੀ ਬੀਜੇਪੀ ਨਹੀਂ ਚੱਲ ਰਹੀ। ਬਾਦਲ ਸਾਹਿਬ, ਦੇਖਿਆ ਜਾਵੇ ਜਿਹੜੀ ਲਗਾਤਾਰ ਇਹ ਰਾਸ਼ਟਰਪਤੀ ਸ਼ਾਸਨ ਦੀ ਗੱਲ ਕਰਦੇ ਨੇ, ਕਿ ਮੈਂ ਦੁਬਾਰੇ ਉਸ 'ਤੇ ਤਾਂ ਆਉਣਾ ਕਿਉਂਕਿ ਸਾਰੇ ਕਾਂਗਰਸ ਦੇ ਵਿਧਾਇਕ ਕਹਿੰਦੇ ਨੇ ਅਸੀਂ ਅਸਤੀਫੇ ਦੇ ਦਾਂਗੇ। ਡਰ ਇਹ ਸੱਚਿਓ ਮੁੱਚੀ ਦਾ ਸਤਾ ਰਿਹਾ ਹੈ ਜਾਂ ਜਿਵੇਂ ਤੁਸੀਂ ਕਹਿੰਦੇ ਹੋਗੇ ਕਿ ਪਹਿਲਾਂ ਇਹ ਕਹਿ ਰਹੇ ਸੀਗੇ ਵੀ ਕਿਤੇ ਕੇਂਦਰ ਨੂੰ ਪਤਾ ਨਾ ਲੱਗ ਜੇ ਅਸੀਂ ਕਿਹੜੇ ਬਿੱਲ ਲੈ ਕੇ ਆ ਰਹੇ, ਤਾਂ ਨਹੀਂ ਬਾਹਰ ਲੈ ਕੇ ਆ ਰਹੇ। ਮਿਲੀ ਭੁਲ ਭੁਗਤ ਹੈ, ਇਹਨਾਂ ਨੂੰ ਪਤਾ ਕੋਈ ਰਾਸ਼ਨ ਨਹੀਂ ਮਿਲਣਾ। ਮੋਦੀ ਤੇ ਆਪਣਾ ਕੈਪਟਨ ਅਮਰਿੰਦਰ ਸਿੰਘ ਇੱਕ ਬੋਲੀ ਬੋਲ ਰਿਹਾ,
ਇੱਕੋ ਹੀ ਗੱਲ ਹੈ। ਆ ਪਲੈਨਿੰਗ ਉਹਨਾਂ ਨੇ ਇਕੱਠੇ ਕੀਤੀ ਹੈ। ਕੈਪਟਨ ਸਾਹਿਬ ਨੇ ਮੋਦੀ ਸਾਹਿਬ ਨਾਲ ਗੱਲ ਕੀਤੀ ਕਿ ਆ ਜਿਹੜਾ ਇੱਥੇ ਆ ਜਿਹੜੇ ਲੋਕ ਕਿਸਾਨ ਬੈਠੇ ਆ ਧਰਨੇ ਦੇਈ ਜਾਂਦੇ, ਸੜਕਾਂ ਰੋਕੀ ਬੈਠੇ ਆ, ਰੇਲਵੇ ਲੋਕੀ ਬੈਠੇ ਆ, ਇਹਨਾਂ ਨੂੰ ਕਿਵੇਂ ਉਠਾਈਏ। ਤੇ ਆ ਮੰਗ ਕਰ ਰਿਹਾ ਕੋਈ ਕਾਨੂੰਨ ਲਿਖਿਓ, ਕਹਿੰਦਾ ਤੁਸੀਂ ਐਂ ਕਰੋ ਕੋਈ ਬਣਾ ਕੇ ਥੋੜਾ ਸਾਡੇ ਕੋਲੇ ਭੇਜ ਦਿਓ, ਅਸੀਂ ਮੰਨਣਾ ਨਹੀਂ, ਆਪਣੇ ਆਪ ਉੱਠ ਕਰਨਗੇ। ਤਾਈਓ ਕੈਪਟਨ ਨੇ ਪਤਾ ਇਕੱਠੇ ਗੇਮ ਖੇਡ ਰਹੇ, ਉਹਨੇ ਐਂ ਬਣਾਤਾ ਜਾਲੀ ਜਾ। ਮਕਸਦ ਕਿਸਾਨੀ ਦਾ ਸਮੱਸਿਆ ਹੱਲ ਕਰਨੀ ਨਹੀਂ ਸੀ, ਵਿਚਾਰੇ ਕਿਸਾਨਾਂ ਨੂੰ ਸੜਕਾਂ 'ਤੇ ਉਹਨਾਂ ਸੰਘਰਸ਼ ਨੂੰ ਫੇਲ ਕਰਨ ਦੀ ਕੈਪਟਨ ਦੀ ਸੀ ਤੇ ਉਹਨਾਂ ਦੀ। ਤੇ ਸਮਝਦੇ ਹੋ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਦਾ ਪਹਿਲਾਂ ਬਹੁਤ ਬੁਰਾ ਦੌਰ ਰਿਹਾ, ਲਗਾਤਾਰ ਗੱਲਾਂ ਫਿਰ ਉਹੀ ਉੱਠਦੀਆਂ ਨੇ ਕਿ ਉਹ ਦੌਰ ਨੂੰ ਅਸੀਂ ਯਾਦ ਰੱਖੀਏ, ਕਿਉਂਕਿ ਯਾਦ ਰੱਖਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਚੰਗੇ ਦੌਰ ਕੰਨੀ ਤਾਂ ਹੀ ਵਧਾਂਗੇ। ਸਭ ਤੋਂ ਜ਼ਰੂਰੀ ਹੈ, ਪੰਜਾਬ ਦਾ ਬਹੁਤ ਔਖੇ ਸਮੇਂ 'ਚੋਂ ਆਪਾਂ ਨਿਕਲੇ ਹਾਂ। ਪੰਜਾਬ ਬਹੁਤ ਪਿੱਛੇ ਚਲੇ ਗਿਆ ਸੀ। ਸਾਹ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ 5 ਵਾਰ ਮੁੱਖ ਮੰਤਰੀ ਬਣ ਕੇ ਤਿਨਕਾ ਇਕੱਠਾ ਕਰਕੇ ਪੰਜਾਬ ਨੂੰ ਇਕੱਠਾ ਕੀਤਾ, ਪੰਜਾਬ ਵਿੱਚ ਭਾਈਚਾਰਕ ਸਾਂਝ ਲਿਆਂਦੀ, ਪੰਜਾਬ ਵਿੱਚ ਅਮਨ ਸ਼ਾਂਤੀ ਲਿਆਂਦੀ। ਪੰਜਾਬ ਦੀ ਜੋ ਤਰੱਕੀ ਹੋਈ ਹੈ ਤੁਹਾਡੇ ਸਾਹਮਣੇ ਹੈ। ਸਾਹ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿੱਚ ਰੋਜ਼ ਦੇਖਦੇ ਹੁੰਦੇ ਸੀ ਤੁਸੀਂ, ਸੜਕਾਂ ਬਣ ਜਾਂਦੀਆਂ, ਏਅਰਪੋਰਟ ਬਣ ਜਾਂਦੀਆਂ, ਗਰੀਬਾਂ ਨੂੰ ਆਟਾ ਦਾਲ, ਸ਼ਗਨ, ਪੈਨਸ਼ਨ ਤੇ ਕਿਸਾਨਾਂ ਦੇ ਟਿਊਬਲਾਂ ਦੇ ਬਿੱਲ ਮਾਫ, 24 ਘੰਟੇ ਬਿਜਲੀ ਘਰਾਂ 'ਚ, ਸਾਰੀਆਂ ਚੀਜ਼ਾਂ। ਕਾਲਜ ਬਣ ਰਹੇ ਦੇਖ ਰਹੇ ਸੀ, ਯੂਨੀਵਰਸਿਟੀਆਂ ਬਣੀ ਜਾਂਦੀਆਂ ਸੀ, ਸ਼ਹਿਰਾਂ ਵਿੱਚ ਸੀਵਰੇਜ ਵਾਟਰ ਸਪਲਾਈ 140 ਸ਼ਹਿਰਾਂ 'ਚ ਸੀਵਰੇਜ ਵਾਟਰ ਸਪਲਾਈ ਦਾ ਕੰਮ ਪੂਰਾ ਕੀਤਾ। ਆ 4 ਸਾਲ ਹੋ ਗਏ ਕੈਪਟਨ ਅਮਰਿੰਦਰ ਸਿੰਘ ਨੂੰ। ਇੱਕ ਵੀ ਗਲੀ ਦੱਸ ਦਿਓ ਜਿਹੜੀ ਬਣਾਈ ਹੈ ਉਹਨੇ, ਇੱਕ ਸ਼ਹਿਰ ਦਾ ਨਾਂ ਦੇ ਸਕਦੇ ਹੋ ਜਿੱਥੇ ਸੀਵਰੇਜ ਦਾ ਕੰਮ ਰਹਿ ਗਿਆ ਸੀ ਤਾਂ ਇਹਨਾਂ ਨੇ ਪੂਰਾ ਸ਼ੁਰੂ ਕੀਤਾ। ਕੁਛ ਕੀਤਾ ਨਹੀਂ ਪੰਜਾਬ 'ਚ। ਐਕਚੁਅਲੀ ਮੁੱਖ ਮੰਤਰੀ ਹੈ ਹੀ ਨਹੀਂ, ਬਗੈਰ ਡਰਾਈਵਰ ਤੇ ਗੱਡੀ ਚਲੀ ਜਾਂਦੀ ਹੈ। ਕਾਂਗਰਸੀ ਲੁੱਟਣ ਤੇ ਲੱਗੇ ਹੈ, ਸਾਰੇ ਕਾਂਗਰਸ ਦੇ ਐਮਐਲਏ ਜਾਂ ਸ਼ਰਾਬ ਵੇਚਣ ਤੇ ਲੱਗੇ ਆ, ਰੇਤਾ ਕੱਢਣ ਤੇ ਲੱਗੇ ਆ, ਜਾਂ ਡਰੱਗ ਨੂੰ ਮਾਫੀਆ ਨੂੰ ਮਦਦ ਕਰਨ ਤੇ ਲੱਗੇ ਆ, ਜਿੱਥੋਂ ਪੈਸਾ ਲੈਂਦੇ ਮਹੀਨੇ ਦੇ ਮਹੀਨਾ ਪੈਸਾ ਕਮਾਈ ਜਾਂਦੇ ਆ। ਇਹਨਾਂ ਨੇ ਮਨ ਪੈਸਾ ਇਹਨਾਂ ਵਾਸਤੇ, ਉਹ ਉੱਤੇ ਕਹੀ ਜਾਣਗੇ ਖਜ਼ਾਨਾ ਖਾਲੀ ਹੈ। 2002 ਤੋਂ 2007 ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਉਦੋਂ ਵੀ ਖਜ਼ਾਨਾ ਖਾਲੀ ਕਹਿੰਦਾ ਸੀ। ਜਦੋਂ 2007 ਸਾਡੀ ਸਰਕਾਰ ਆਈ, 7 ਤੋਂ 17 ਤੱਕ ਇੱਕ ਬਿਆਨ ਦੇਖ ਲਓ ਜੀ ਅਸੀਂ ਕਿਹਾ ਖਜ਼ਾਨਾ ਖਾਲੀ ਹੈ। ਅਸੀਂ ਖਜ਼ਾਨਾ ਭਰਿਆ ਵੀ, ਖਰਚਿਆ ਵੀ ਤੇ ਕਰੋੜਾਂ ਚਾਰੋਂ ਤਰਫ ਡਿਵੈਲਪਮੈਂਟ ਕਰਾਈ। ਝੂਠ ਜੋ ਮਰਜ਼ੀ ਬੋਲੀ ਜਾਓ, ਇਹਦੀ ਸਿਆਸਤ ਕੈਪਟਨ ਦੀ ਝੂਠ ਤੇ ਨਿਰਭਰ ਹੈ, ਸੱਚਾਈ ਤਰਫ ਤਾਂ ਜਾਂਦੇ ਨਹੀਂ। ਤਾਈਓ ਉਹਨਾਂ ਨੇ ਕਿਹਾ, ਕਹਿੰਦੇ ਵੀ ਖਜ਼ਾਨਾ ਤਾਂ ਹੁਣ ਵੀ ਖਾਲੀ ਕਿਹਾ ਉਹਨਾਂ ਨੇ, ਕਹਿੰਦੇ ਐਮਐਸਪੀ ਅਸੀਂ ਇੰਸ਼ੋਰ ਤਾਂ ਹੀ ਨਹੀਂ ਕਰ ਸਕਦੇ ਕਿਉਂਕਿ ਪੈਸੇ ਖਰੀਦਾਂਗੇ ਕਿੱਥੋਂ ਅਸੀਂ। ਖਰੀਦਣ ਦੇ ਹੁਣ ਕਿੱਥੋਂ ਖਰੀਦੇ ਆ? ਬੈਂਕ ਦਾ ਲਿਮਿਟ ਹੈ, ਗਰੰਟੀ ਪੰਜਾਬ ਸਰਕਾਰ ਦਿੰਦੀ ਹੈ। ਜਿਵੇਂ ਹੁਣ ਦਿੰਦੀ ਹਰ ਵਾਰ ਜਦੋਂ ਫਸਲ ਖਰੀਦ ਲੈਂਦੇ ਆ, ਸਾਰੀ ਫਸਲ ਸੈਂਟਰ ਖਰੀਦ ਲੈਂਦੀ ਹੈ, ਵਾਪਸ ਪੈਸਾ ਵਾਪਸ ਬੈਂਕ ਚਲੇ ਜਾਂਦਾ। ਆ ਕੋਈ ਪੰਜਾਬ ਸਰਕਾਰ ਦਾ ਪੈਸਾ ਨਹੀਂ, ਬੈਂਕਾਂ ਦਾ ਲੋਨ ਹੈ। ਬੈਂਕਾਂ ਹਰ ਸਾਲ ਫਸਲ ਦੇ ਬਾਅਦ ਆਪਾਂ ਬੈਂਕ 'ਚ ਲੋਨ ਲੈ ਲੈਂਦੇ ਹਾਂ, ਫਸਲ ਵੇਚ ਕੇ ਉਹ ਮੋੜ ਦਿੰਦੇ ਆ। ਪਿਛਲੇ 50 ਸਾਲ ਦਾ ਕੰਮ ਹੈ, ਉਹ ਵੀ ਚੱਲਦਾ ਰਹੂਗਾ। ਝੂਠ ਬੋਲੀ ਜਾਂਦੇ, ਗੁੰਮਰਾਹ ਕਰੀ ਜਾਂਦੇ। ਸੁਖਬੀਰ ਜੀ, ਫਿਰ ਹੁਣ ਦੇਖਿਆ ਜਾਵੇ ਕਿਸਾਨਾਂ ਦੀ ਜੇ ਗੱਲ ਕਰੀਏ, ਕਿਸਾਨਾਂ ਲਵੇ ਅੱਗੇ ਹੱਲ ਕੀ ਰਹਿ ਗਿਆ? ਉਹ ਵਿਚਾਰੇ ਉਵੇਂ ਧਰਨੇ ਤੇ ਬੈਠੇ ਨੇ। ਇਹਦਾ ਇੱਕੋ ਇੱਕ ਹੱਲ ਹੈ, ਜਿਵੇਂ ਮੈਂ ਕਿਹਾ 1 ਮਿੰਟ ਦਾ। ਪੰਜਾਬ ਦੀ ਕੈਬਨਿਟ ਮੀਟਿੰਗ ਛੱਡੇ, ਪੰਜਾਬ ਨੂੰ ਇੱਕ ਮੰਡੀ ਯਾਰਡ ਡਿਕਲੇਅਰ ਕਰੇ, ਕਿਉਂਕਿ ਆਹ ਐਕਟ ਇਹਨਾਂ ਦੇ ਹੱਥ 'ਚ ਹੈ ਤੇ ਸੈਂਟਰ ਕੁਝ ਕਰ ਨਹੀਂ ਸਕਦਾ। ਇੱਕ ਵਾਰ ਮੰਡੀ ਯਾਰਡ ਸਾਰਾ ਸੂਬੇ ਨੂੰ ਡਿਕਲੇਅਰ ਕਰ ਦਿੱਤਾ ਤੇ ਸੈਂਟਰ ਦੇ ਕਾਨੂੰਨ ਆਪਣੇ ਆਪ ਰੱਦ। ਤੇ ਤੁਹਾਨੂੰ ਲੱਗਦਾ ਕਿਉਂਕਿ ਉਧਰ ਮੋਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੈਗੇ ਤੇ ਦੂਜੇ ਪਾਸੇ ਹੁਣ ਕੈਪਟਨ ਮੰਨਣਗੇ ਇਹ ਗੱਲ, ਬੁਲਾ ਲੈਣਗੇ ਦੁਬਾਰਾ? ਕਿਉਂਕਿ ਇਕੱਠੇ ਰਲੇ ਆ, ਜਾਣ ਕੇ ਉਹ ਕਰਨਾ। ਮੋਦੀ ਸੈਂਟਰ ਦੇ ਸਰਕਾਰ ਦੇ ਕਾਨੂੰਨ ਰੱਦ ਕਰਨਾ ਨਹੀਂ ਚਾਹੁੰਦੇ ਆ ਕੈਪਟਨ। ਮੇਰ ਗੁਰੂ ਮੇਰ ਕਰੇ, ਪੰਜਾਬ ਦੀ ਜਨਤਾ ਦਾ ਪਿਆਰ ਹੋਏ, 1 ਸਾਲ ਬਾਅਦ ਸਰਕਾਰ ਪੰਜਾਬੀ ਅਕਾਲੀ ਦਲ ਦੇ ਬਣੂਗੀ। ਪਹਿਲੇ ਕੈਬਨਿਟ ਮੀਟਿੰਗ 'ਚ ਕਰਕੇ ਦਿਖਾ ਦਾਂਗੇ ਕਿਵੇਂ ਸੈਂਟਰ ਦੇ ਕਾਨੂੰਨ ਰੱਦ ਹੋ ਸਕਦੇ ਆ। ਸੁਖਬੀਰ ਜੀ, ਜਿਹੜੇ ਹਿਸਾਬ ਦੇ ਨਾਲ ਕਿਹਾ ਜਾਂਦਾ ਕਿ ਲਗਾਤਾਰ ਜੇ ਕੈਪਟਨ ਦੀ ਗੱਲ ਕਰ ਦਿਆਂਗੇ, ਉਹ ਹੁਣ ਕਹਿੰਦੇ ਈਡੀ ਦੇ ਨੋਟਿਸ ਆਉਣੇ ਸ਼ੁਰੂ ਹੋ ਗਏ, ਇਹ ਤਾਂ ਸਹੀ ਹੈ ਜੀ? ਕਹਿੰਦੇ ਸਾਡੇ ਨਾਲ ਤਾਂ ਕੇਂਦਰ ਜਿਹੜਾ ਹੁਣ ਕਿਤੇ ਨਾ ਕਿਤੇ ਸਾਡੇ ਮਗਰ ਪਊਗਾ ਇਸ ਚੀਜ਼। 4 ਸਾਲ ਤਾਂ ਆਏ ਨਹੀਂ। ਆ ਜਿਹੜਾ ਕੇਸ ਦੀ ਗੱਲ ਕਰੇ, 4 ਸਾਲ ਪਹਿਲੇ ਈਡੀ ਦਾ ਪਹਿਲੇ ਨੋਟਿਸ ਆਏ ਸੀ, 4 ਸਾਲ ਚੁੱਪ ਰਹੇ। ਕਿਉਂ? ਇਕੱਠੇ ਹੈ। ਹੁਣ ਜਦੋਂ ਅਸੀਂ ਸਾਰਾ ਰੌਲਾ ਪਾਉਣ ਲੱਗ ਗਏ ਕਿ ਰਲ ਗਏ, ਇਹਨੇ ਕੈਪਟਨ ਨੇ ਮੋਦੀ ਨਾਲ ਗੱਲ ਕੀਤੀ, ਇੱਕ ਨੋਟਿਸ ਭੇਜ ਦਿਓ ਮੈਨੂੰ, ਐਂ ਲੱਗੂਗਾ ਕਿ ਅਸੀਂ ਮੇਰੇ ਤੇ ਧੱਕਾ ਹੋ ਰਿਹਾ। ਮੈਂ ਬੜਾ ਕੋਈ ਪਲੈਨਿੰਗ ਇਕੱਠੀ ਹੈ, ਕਿਵੇਂ ਨਾ ਕਿਵੇਂ ਕਿਸਾਨ ਜਥੇਬੰਦ ਨੂੰ ਬੇਵਕੂਫ ਬਣਾ ਕੇ ਇਹਨਾਂ ਨੂੰ ਉੱਥੋਂ ਭੇਜ ਦਈਏ। ਸੁਖਬੀਰ ਜੀ, ਇੱਕ ਗੱਲ ਹੋਰ ਸੁਣਨ ਨੂੰ ਮਿਲੀ, ਜਿੱਦੇ ਸੈਸ਼ਨ ਸੀਗਾ, ਸਪੀਚ ਹੋ ਰਹੀ ਸੀਗੀ ਮੁੱਖ ਮੰਤਰੀ ਜਿਹੜੀ, ਤੁਸੀਂ ਕਿਹਾ ਕਿ ਰੈਜ਼ੋਲੂਸ਼ਨ ਦੀ ਗੱਲ ਹੋਈ ਵੀ ਰੱਦ ਕਰ ਦਾਂਗੇ, ਨਾਲ ਉਹਦੇ ਕਿਸਾਨ ਤਾਂ ਹੁਣ ਚਲੋ ਕਿਸਾਨ ਨੂੰ ਸੰਘਰਸ਼ ਦਾ ਰਾਹ ਹੀ ਦਿਖਦਾ ਵੀ ਮੈਂ ਬਚੂੰਗਾ ਤਾਂ ਕਰਕੇ। ਹੁਣ ਉਹਨਾਂ ਨੇ ਟੋਲ ਘੇਰ ਲਏ, ਉਹਨਾਂ ਨੇ ਰੇਲਵੇ ਲਾਈਨਾਂ ਘੇਰ ਲੀਆਂ। ਕੈਪਟਨ ਕਹਿੰਦੇ ਇਹ ਕੋਈ ਹੱਲ ਨਹੀਂ ਹੈਗਾ, ਤਾਂ ਸਾਡੇ ਸੂਬੇ ਦੇ ਨੁਕਸਾਨ ਹੋ ਰਿਹਾ। ਤੁਸੀਂ ਸਮਝਦੇ ਹੋ ਕਿ ਆਖਰਕਾਰ ਕਿਸਾਨ ਜੇ ਸੰਘਰਸ਼ ਕਰਿਆ ਤਾਈਓ ਕਰਕੇ ਸੈਸ਼ਨ ਆਇਆ? ਮੈਂ ਕਹਿਣਾ ਕੈਪਟਨ ਸਾਹਿਬ, ਤੁਸੀਂ ਕੋਈ ਪਰਵਾਹ ਨਾ ਕਰੋ, ਸਾਰਾ ਪੰਜਾਬ ਤੁਹਾਡੇ ਨਾਲ ਹੋਊਗਾ। ਕੈਬਨਿਟ 'ਚ ਪਾਸ ਕਰੋ, ਸਾਰੇ
ਪੰਜਾਬ ਨੂੰ ਇੱਕ ਮੰਡੀ ਯਾਰਡ ਆਪਣੇ ਆਪ ਨਾ ਮੋਦੀ ਕੋਲ ਕਰ ਸਕੂਗਾ, ਨਾ ਮੋਦੀ ਸਾਹਿਬ ਦੀ ਸਰਕਾਰ ਕਰ ਸਕੂਗੀ, ਨਾ ਲੀਗਲ ਤੁਹਾਨੂੰ ਪੂਰੀ ਪ੍ਰੋਟੈਕਸ਼ਨ ਹੈ, ਕਿਉਂਕਿ ਉਹ ਹੱਕ ਪੰਜਾਬ ਦੇਸ਼ ਦੀ ਕੌਨਸਟੀਟਿਊਸ਼ਨ ਨੇ ਆਪਾਂ ਨੂੰ ਦਿੱਤਾ ਹੈ। ਪਰ ਜੇ ਨਹੀਂ ਕਰਨਾ ਉਹ ਉਹਨਾਂ ਦੀ ਮਰਜ਼ੀ ਹੈ ਕੈਪਟਨ ਦੀ। ਸੁਖਬੀਰ ਜੀ ਇੱਕ ਚੀਜ਼ ਹੋਰ ਦੱਸੋ, ਜਿਵੇਂ ਇਹ ਚਲੇ ਗਏ ਨੇਗੇ ਉੱਥੇ ਜੇ ਕੀ ਰਾਸ਼ਟਰਪਤੀ ਕੋਲ ਜਾਣਗੇ, ਤੁਸੀਂ ਕਹਿੰਦੇ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਫਿਰ ਉੱਥੇ ਜਾਵਾਂਗੇ ਰਾਸ਼ਟਰਪਤੀ। ਫਿਰ ਲੱਡੂ ਕਿਸ ਵਾਸਤੇ ਬਣ ਰਹੇ ਸੀ ਕਿ ਪੰਜਾਬ ਦਾ ਰਾਖਾ ਤਾਂ ਹੋਇਆ ਨਹੀਂ, ਤੇ ਰਾਸ਼ਟਰਪਤੀ ਕੋਲ ਜਾਓਗੇ, ਉਹਦੀ ਮਿੰਨਤਾਂ ਕਰੋਗੇ, ਉਹਦੀ ਚਾਹ ਪੀ ਕੇ ਆਓਗੇ, ਫਿਰ ਤੁਸੀਂ ਕਹੋਗੇ ਆਪਾਂ ਮੋਦੀ ਸਾਹਿਬ ਦੇ ਘਰੇ ਬੈਠਾਂਗੇ। ਫਿਰ ਤੁਸੀਂ ਕੀ ਕੀਤਾ? ਤੁਸੀਂ ਤਾਂ ਐਕਟ ਕੀਤਾ, ਜਿਹੜਾ ਕਰਨਾ ਸੀ ਉਹ ਕੀਤਾ ਨਹੀਂ, ਜਾਣ ਕੇ ਲਈ ਜਾਓ ਸੋ ਦੈਟ ਲੋਕਾਂ ਦਾ ਦਿਮਾਗ ਉੱਧਰ ਚਲੇ ਜਾਏ, ਅੱਜ ਹੀ ਇੱਥੇ ਜਾ ਰਹੇ, ਉੱਥੇ ਜਾ ਰਹੇ, ਇੱਥੇ ਜਾ ਰਹੇ, ਕਿਤੇ ਜਾਣ ਦੀ ਲੋੜ ਨਹੀਂ। ਐਗਰੀਕਲਚਰ ਦੇ ਥੱਲੇ ਐਕਟ ਪਾਸ ਬਣਾਓ, ਤੁਸੀਂ ਮੰਡੀ ਡਿਕਲੇਅਰ ਕਰੋ, ਸਾਰਾ ਕੁਝ ਰੱਦ, ਤੁਹਾਡਾ ਸਾਰਾ ਹੱਲ। ਚਲੋ ਮੈਂ ਇੱਕ ਇਹੀ ਤੁਹਾਡੇ ਵਾਲੀ ਗੱਲ ਤੋਂ ਕਹਿਣਾ ਸੀਗਾ ਵੀ ਜਿਵੇਂ ਹੁਣ ਤੁਸੀਂ ਕਿਹਾ ਵੀ ਸਰਕਾਰ ਆਊਗੀ ਅਸੀਂ ਬਦਲ ਦਾਂਗੇ, ਜੇ ਸਾਡੀ ਸਰਕਾਰ ਆਉਂਦੀ ਅਸੀਂ ਬਦਲ ਦਾਂਗੇ ਇਹਨੂੰ ਅਨੁਸਾਰ। ਇਹ ਫਿਰ ਵੀ ਹੋ ਸਕਦਾ ਵੀ ਚਲੋ ਜੇਕਰ ਕੈਪਟਨ ਨਹੀਂ ਗੱਲ ਮੰਨਦੇ ਹੈਗੇ, ਰਾਸ਼ਟਰਪਤੀ ਕੋਲ ਜਾਂਦਾ, ਉਦੋਂ ਬਾਅਦ ਕੋਰਟ 'ਚ ਚਲਾ ਜਾਂਦਾ, ਯਾਨੀ ਕਿ ਜਿਹੜੀ ਤੁਸੀਂ ਚੀਜ਼ ਦੇ ਨਾਲ ਕਿਸਾਨ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਉਹ ਪ੍ਰੋਟੈਕਟ ਫਿਰ ਵੀ ਕੀਤਾ ਜਾ ਸਕਦਾ। ਅਸੀਂ ਤਾਂ ਇਸ ਅਸੈਂਬਲੀ 'ਚ ਵੀ ਅਕਾਲੀ ਦਲ ਤਰਫੋਂ ਪ੍ਰਾਈਵੇਟ ਮੈਂਬਰ ਬਿੱਲ ਲਿਆਂਦਾ ਸੀ ਕਿ ਆਹ ਸਾਰਾ ਕੁਝ ਕਰਨ ਦੀ ਬਜਾਏ ਆਹ ਕਰ ਲਓ। ਅਸੀਂ ਦੇਸ਼ ਦੇ ਕੌਨਸਟੀਟਿਊਸ਼ਨ ਐਕਸਪਰਟ, ਰਾਜੇ ਨੂੰ ਵੀ ਕੈਪਟਨ ਨੂੰ ਵੀ ਪਤਾ ਹੈ ਕਿ ਆਹ ਹੀ ਹੱਲ ਹੈ, ਪਰ ਕਰਨਾ ਨਹੀਂ ਚਾਹੁੰਦਾ। ਉਹਨੂੰ ਵੀ ਪਤਾ ਕਿ ਆਹ ਹੱਲ ਹੈ, ਪਰ ਕਰਨਾ ਨਹੀਂ ਚਾਹੁੰਦਾ। ਉਹ 1 ਮਿੰਟ ਦਾ ਕੰਮ ਹੈ। ਜੇ ਇਹਨਾਂ ਦਾ ਦਿਲ ਸਾਫ਼ ਕੈਪਟਨ ਦਾ ਹੋਏ ਤੇ ਸਾਰਿਆਂ ਨੂੰ ਮੰਡੀ ਡਿਕਲੇਅਰ ਕਰਦੇ, ਸਾਰਾ ਸਮੱਸਿਆ ਹੀ ਹੱਲ ਹੋ ਜੂ। ਬਾਕੀ ਬਹੁਤ ਕਈ ਮਸਲੇ ਪਿੱਛੇ ਜੇ ਉੱਠੇ, ਜੇ ਕਹੀਏ ਕਿ ਚਾਹੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਤੁਸੀਂ ਲਾਸਟ ਦਿਨਾਂ ਅਕਾਲੀ ਦਲ ਨੇ ਉੱਥੇ ਪੂਰਾ ਪ੍ਰੋਟੈਸਟ ਕਰਿਆ, ਉਦੋਂ ਪਹਿਲਾਂ ਕਈ ਮਸਲੇ ਤੁਸੀਂ ਆਪ ਖੁਦ ਚੱਕ ਚੁੱਕੇ ਹੈਗੇ ਹੋ। ਇਹ ਕਿਤੇ ਇਹ ਤਾਂ ਨਹੀਂ ਹੋਏਗਾ ਕਿਤੇ ਇਹ ਕਿਸਾਨ ਸੰਘਰਸ਼ ਦਾ ਇੱਕ ਚੱਲਦਾ ਰਹੇ, ਲੋਕ ਤਾਂ ਧਿਆਨ ਤਾਂ ਹੋ ਹੀ ਗਿਆ ਪਾਰਟੀ ਗਿਆ ਇੱਕ, ਉਹ ਮਸਲੇ ਨੇ ਜਿਹੜੇ ਕਿਤੇ ਉਹ ਪਿੱਛੇ ਨਾ ਰਹਿ ਜਾਣ। ਆਈ ਗੱਲ ਹੈ ਨਾ, ਕਾਂਗਰਸ ਦੀ ਸੋਚ ਹੈ ਆਹ ਰੌਲਾ ਗੋਲਾ ਚੱਲਦਾ ਰਹੇ, ਇਹਦੀ ਲੜਾਈ ਸਿੱਧੀ ਸੈਂਟਰ ਨਾਲ ਲੱਗੀ ਜਾਏ, ਤੇ ਜਿਹੜੇ ਇੱਥੇ ਮਸਲੇ ਆ ਜਿਹੜਾ ਅੱਜ ਲੁੱਟਣ ਤੇ ਲੱਗੀ ਹੈ ਸਰਕਾਰ। ਤੁਸੀਂ ਦੇਖੋ ਐਸੀ ਬੱਚੇ, ਸਾਹ ਪ੍ਰਕਾਸ਼ ਸਿੰਘ ਬਾਦਲ ਦੇ 10 ਸਾਲ ਦੇ ਰਾਜ 3.5 ਲੱਖ ਬੱਚਿਆਂ ਨੂੰ ਅਸੀਂ ਪੜ੍ਹਾਉਂਦੇ ਸੀ, ਮੁਫਤ ਪੜ੍ਹਾਉਂਦੇ ਸੀ। ਅੱਜ 50-60 ਹਜ਼ਾਰ ਰਹਿ ਗਏ। ਕਿਉਂ? ਸਕਾਲਰਸ਼ਿਪ ਦਾ ਪੈਸਾ ਆਪ ਹੀ ਧਰਮਚੋਦ ਖਾ ਗਿਆ। ਇਨਕੁਆਰੀ ਉਹਨਾਂ ਦੀ ਸੈਕਟਰੀ ਨੇ ਇਨਕੁਆਰੀ ਕਰਕੇ ਇਹਨੂੰ ਕੀਤਾ, ਪਰ ਰਾਜ ਨੇ ਕਲੀਨ ਚਿੱਟ ਦਿੱਤੀ। ਕਿਉਂ? ਕਿਉਂਕਿ ਖੁੱਲੀ ਛੁੱਟੀ ਦਿੱਤੀ ਹੈ ਰਾਜ ਨੇ। ਜਿਹੜੇ ਸਰਕਾਰ ਆਪਣੇ ਬੱਚਿਆਂ ਨੂੰ ਪੜ੍ਹਾਉਣ 'ਤੇ ਪੈਸਾ ਜਿਹੜਾ ਆਉਂਦਾ ਉਹ ਹੀ ਲੁੱਟਣ ਲੱਗ ਜੇ, ਇਹ ਤਾਂ ਮਾੜੀ ਗੱਲ ਕੀ ਹੋ ਸਕਦੀ ਹੈ। ਸੁਖਬੀਰ ਜੀ ਜਿਹੜਾ ਅੱਗੇ ਦਾ ਪੂਰਾ ਦੇਖਦੇ ਹੋ ਤੁਸੀਂ ਤਾਣਾ ਬੁਣਾ, ਹੁਣ ਇਸ ਸਿਸਟਮ ਜੇ ਕਹੀਏ ਕਿ ਕਿਸਾਨ ਸੜਕਾਂ ਤੇ ਬੈਠ ਗਏ ਨੇਗੇ, ਉਹ ਹੱਲਾ ਕਰ ਰਹੇ ਨੇਗੇ, ਉਹਨਾਂ ਨੂੰ ਕਿਉਂਕਿ ਦਿਖਦਾ ਵੀ ਸਾਡੀ ਕਿਸਾਨੀ ਤਾਂ ਗਈ ਉੱਥੋਂ। ਹੁਣ ਅੱਗੇ ਤੁਸੀਂ ਕਹਿ ਰਹੇ ਹੋ ਵੀ ਜਦ ਤੱਕ ਇਹਨੂੰ ਯਾਰ ਨਹੀਂ ਘੋਸ਼ਿਤ ਕੀਤਾ ਜਾਂਦਾ ਹੈਗਾ ਉਰੇ ਹੋਣਾ ਨਹੀਂ, ਫਿਰ ਹੁਣ ਅੱਗੇ ਦੀ ਪੂਰੀ ਰਣਨੀਤੀ ਕੀ ਰਹੂਗੀ? ਕਿਉਂਕਿ ਸਰਕਾਰ ਨੂੰ ਜੇ ਕਹੀਏ ਸਮਾਂ ਹਜੇ ਪਿਆ ਹੈਗਾ। ਜਿਵੇਂ ਮੈਂ ਕਿਹਾ ਪਹਿਲੇ, ਕਿਸਾਨ ਜਥੇਬੰਦੀਆਂ ਨੂੰ ਅਸੀਂ ਕਿਹਾ ਕਿ ਅਸੀਂ, ਕਿਉਂਕਿ ਉਹ ਸੰਘਰਸ਼ ਉਹ ਨਹੀਂ ਚਾਹੁੰਦੇ ਕਿ ਅਸੀਂ ਅਲੱਗ ਸੰਘਰਸ਼ ਕਰੀਏ, ਉਹਨਾਂ ਦੀ ਸਪੋਰਟ ਕਰੀਏ। ਅਸੀਂ ਉਹਨਾਂ ਦੀ ਸਪੋਰਟ ਪੂਰੀ ਕੀਤੀ ਹੈ। ਜੋ ਸਾਨੂੰ ਹੁਕਮ ਦੇਣਗੇ, ਜੋ ਕਿਵੇਂ ਲੜਾਈ ਲੜਨੀ ਹੈ, ਸਭ ਤੋਂ ਅੱਗੇ ਅਕਾਲੀ ਦਲ ਉਹਨਾਂ ਦੇ ਲੱਗੂਗਾ। ਅਸੀਂ ਉਹਨਾਂ ਦੇ ਪਿੱਛੇ ਲੱਗ ਕੇ ਵੀ, ਉਹਨਾਂ ਦੇ ਝੰਡੇ ਥਲਕੇ ਲੱਗ ਕੇ ਵੀ ਕੰਮ ਕਰਨ ਨੂੰ ਤਿਆਰ ਹੈ। ਸਾਨੂੰ ਕੋਈ ਪ੍ਰੋਬਲਮ ਨਹੀਂ। ਉਹਨਾਂ ਦੇ ਮਨ 'ਚ ਹੈ ਕਿ ਜੇ ਅਸੀਂ ਕਰਾਂਗੇ ਕੋਈ ਨੁਕਸਾਨ ਹੋਊਗਾ, ਅਸੀਂ ਨੁਕਸਾਨ ਨਹੀਂ ਕਰਨਾ ਚਾਹੁੰਦੇ। ਸਭ ਤੋਂ ਵੱਡੀ ਜਥੇਬੰਦੀ ਅਸੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੇ ਮਗਰ ਲੱਗਣ ਨੂੰ ਤਿਆਰ ਹਾਂ। ਜੇ ਉਹ ਹੁਕਮ ਕਰਨਗੇ, ਹੱਲ ਜ਼ਰੂਰੀ ਹੈ, ਹੱਲ ਕਰਨਾ ਦੀ ਲੋੜ ਹੈ। ਇੱਕ ਸੁਖਬੀਰ ਜੀ, ਜਿਹੜਾ ਕਾਂਗਰਸ ਦੇ ਲਗਾਤਾਰ ਜੇ ਕਹੀਏ ਲੀਡਰਾਂ ਦੇ ਬਿਆਨ ਰਹਿੰਦੇ ਨੇ, ਜਾਂ ਕਹੀਏ ਕਿ ਇੱਕ ਪ੍ਰੈਸ ਨੋਟ ਰੋਜ਼ ਆਉਂਦੇ ਰਹਿੰਦੇ ਨੇ ਮੁੱਖ ਮੰਤਰੀ ਦੇ, ਉਹਦੇ ਵਿੱਚ ਇੱਕ ਚੀਜ਼ ਹੋਰ ਕਹੀ ਜਾਂਦੀ ਹੈ ਉਹਨਾਂ ਵੱਲੋਂ, ਕਹਿੰਦੇ ਅਕਾਲੀ ਦਲ 'ਤੇ ਇੱਕ ਦੋਸ਼ ਲਾਇਆ ਜਾਂਦਾ ਸਿੱਧਾ, ਕਹਿੰਦੇ ਕੱਲ੍ਹ ਨੂੰ ਫੇਰ ਇਹ ਕਿਤੇ ਜਾ ਕੇ ਭਾਜਪਾ ਨਾਲ ਨਾ ਰਲ ਜਾਣ। ਉਹ ਚੀਜ਼ ਇੰਸ਼ੋਰ ਕਰੋ ਥੋੜ੍ਹੀ ਜਿਹੀ ਕਿ ਆਖਰਕਾਰ ਕੁਛ ਮਰਜ਼ੀ। ਕਿਸੇ ਚੀਜ਼ ਦੀ ਪਹਿਲੀ ਗੱਲ, ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਕਿਤੇ 35 ਸਾਲ ਪਹਿਲੇ ਅਸੀਂ 35 ਸਾਲ 'ਚ ਵਿੱਚ ਅਸੀਂ ਕਿਤੇ ਕਿਹਾ ਕਿ ਅਸੀਂ ਛੱਡ ਰਹੇ ਹਾਂ, ਆਹ ਨਾ ਕੀਤਾ ਛੱਡ ਰਹਾਂਗੇ, ਜਾਂ ਜਦੋਂ ਆਹ ਹੋ ਜਾਊਗਾ ਬਾਅਦ ਜੁੜ ਜਾਵਾਂਗੇ, ਕਿਤੇ ਕਿਹਾ? ਜੇ ਛੱਡਤਾ। ਸਾਨੂੰ ਆਹ ਜਾਣ ਕੇ ਪਹਿਲੇ ਇਹਨੂੰ ਉਮੀਦ ਨਹੀਂ ਸੀ ਕਿ ਅਸੀਂ ਰਿਸ਼ਤਾ ਤੋੜ ਦਾਂਗੇ। ਉਹ ਕਹਿ ਦੇਗੇ ਕਿਉਂਕਿ ਆਹ ਤਾਂ ਡਰਾਮੇ ਕਰਨੇ ਗਿੱਝੇ ਹੈ। ਇਹਨਾਂ ਨੂੰ ਉਮੀਦ ਨਹੀਂ ਸੀ। ਪਹਿਲੇ ਤਾਂ ਸੋਚਦੇ ਸੀ ਕਿ ਮਿਨਿਸਟਰੀ ਕੌਣ ਛੱਡ ਸਕਦਾ ਹੈ। ਅੱਜ ਤੱਕ ਦੇਖ ਲਓ, ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੈਂਟਰ ਦੀ ਸਰਕਾਰ ਨੇ। ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਤੇ ਹੋਮ ਮਿਨਿਸਟਰ ਬੂਟਾ ਸਿੰਘ ਦੋਨੋਂ ਪੰਜਾਬ ਦੇ ਸਿੱਖ ਕੌਮ ਦੇ ਸੀ, ਉਹਨਾਂ ਦੇ ਗੁਰੂ ਘਰ 'ਤੇ ਹਮਲਾ ਕੀਤਾ। ਕਿ ਉਹਨਾਂ ਨੇ ਅਸਤੀਫਾ ਦਿੱਤਾ? ਉਹਨਾਂ ਨੂੰ ਉਸੇ ਟਾਈਮ ਅਸਤੀਫਾ ਦੇਣਾ ਚਾਹੀਦਾ ਸੀ, ਪਰ ਨਹੀਂ। ਕਾਂਗਰਸੀ ਤਾਂ 1 ਮਿੰਟ ਵਾਸਤੇ ਕੁਰਸੀ ਨਹੀਂ ਛੱਡਦੇ। ਅਸੀਂ ਕਿਸੇ 1 ਮਿੰਟ ਨਹੀਂ ਲਾਇਆ, ਨਾ ਕਿਸੇ ਨੂੰ ਦੱਸਿਆ ਕਿ ਅਸੀਂ ਦੇਣ ਲੱਗੇ ਹਾਂ ਕੋਈ। ਅਸੀਂ ਅਸੂਲੀ ਪਾਰਟੀ ਹਾਂ। ਉਵੇਂ ਜੇ ਨਾਤਾ ਤੋੜਿਆ ਤੇ ਸ਼ਰੇਆਮ ਤੋੜਿਆ। ਸਾਡਾ ਐ ਨਹੀਂ ਹੈ ਕਿ
ਅਸੀਂ ਨਾ ਡਰਾਮਾ ਕੀਤਾ ਹੈ, ਨਾ ਅਸੀਂ ਡਰਦੇ ਹਾਂ ਕਿਸੇ ਤੋਂ, ਨਾ ਸਾਨੂੰ ਕੋਈ ਲਾਲਚ ਹੈ। ਸੁਖਬੀਰ ਜੀ ਲਾਸਟ ਟਾਈਮ ਮੈਂ ਪੁੱਛੂੰਗਾ, ਤੁਸੀਂ ਵੀ ਗ੍ਰਹਿ ਮੰਤਰਾਲਾ ਤੁਹਾਡੇ ਕੋਲ ਸੀਗਾ, ਉਧਰ ਕੈਪਟਨ ਕੋਲ ਆ, ਹੁਣ ਸੂਬੇ ਦੇ ਹਾਲਾਤ ਕਿਹੋ ਜਿਹੇ ਦੇਖਦੇ ਹੋ? ਸੂਬੇ ਦੇ ਹਾਲਾਤ ਜਿੰਨੇ ਮਾੜੇ ਹੈ, ਕਿਉਂ ਮਾੜੇ ਹੈ? ਕਿਉਂਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਹੈ ਨਹੀਂ। ਕਿਤੇ 4 ਸਾਲ ਹੋ ਗਏ, ਕਿਤੇ ਮੁੱਖ ਮੰਤਰੀ ਨੂੰ ਕਿਤੇ ਦੇਖਿਆ, ਕਿਤੇ ਸ਼ਹਿਰ 'ਚ ਆਉਂਦੇ ਦੇਖਿਆ, ਕਿਤੇ ਜਨਤਾ ਨੂੰ ਮਿਲਦੇ ਦੇਖਿਆ? ਜਿਹੜਾ ਮੁੱਖ ਮੰਤਰੀ ਮਿਲਦਾ ਹੀ ਨਹੀਂ, ਪਰਵਾਹ ਹੀ ਨਹੀਂ ਕਰਦਾ, ਉਹਨੂੰ ਪਤਾ ਹੀ ਨਹੀਂ ਕੀ ਹੋ ਰਿਹਾ। ਹਾਲਾਤ ਤਾਂ ਵਿਗੜਨੇ ਹੀ ਹੈ। ਲੁੱਟ ਦਾ ਮਾਹੌਲ ਬਣਿਆ ਪਿਆ। ਕਾਂਗਰਸੀਆਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੈ। ਰੇਤੇ ਤੋਂ ਲੈ ਕੇ ਸ਼ਰਾਬ ਤੋਂ ਲੈ ਕੇ ਡਰੱਗਸ ਦਾ ਬਿਜ਼ਨਸ ਧੰਦਾ ਲੱਗ ਕੇ ਲੁੱਟਣ 'ਤੇ ਲੱਗੀ ਹੈ। ਇੰਨਾ ਬੁਰਾ ਹਾਲ ਹੈ। 8-8 5-5 4 ਦੀਆਂ ਲੜਕੀਆਂ ਦੇ ਬਲਾਤਕਾਰ ਹੋ ਰਹੇ ਹੈ। ਕੋਈ ਕਿਸੇ ਨੂੰ ਪਰਵਾਹ ਨਹੀਂ, ਕੋਈ ਫਿਕਰ ਨਹੀਂ। ਇਹ ਜੀ ਮਾੜੀ ਹਾਲਤ ਮੈਂ ਅੱਜ ਤੱਕ ਨਹੀਂ ਦੇਖੀ ਪੰਜਾਬ ਦੀ। ਬਿਲਕੁਲ, ਜਿਸ ਤਰ੍ਹਾਂ ਦੇ ਹਾਲਾਤ ਜੇ ਕਹੀਏ ਸੂਬੇ ਦੇ ਕੁਝ ਬਾਲੇ ਸੁਖਾਵੇਂ ਨਹੀਂ ਹੈਗੇ। ਕਿਸਾਨੀ ਨੂੰ ਲੈ ਕੇ ਪੰਜਾਬ ਟਿਕਿਆ ਤੇ ਕਿਸਾਨੀ ਜਦੋਂ ਖਤਰੇ 'ਚ ਪੈ ਜਾਏ ਤਾਂ ਕਿਤੇ ਨਾ ਕਿਤੇ ਹੁਣ ਸਵਾਲ ਖੜੇ ਹੋ ਗਏ ਕਿ ਆਖਰਕਾਰ ਕਿਸਾਨੀ ਬਚ ਕਿਵੇਂ ਪਾਊ। ਸੁਖਬੀਰ ਸਿੰਘ ਬਾਦਲ ਨੇ ਸਾਫ਼ ਤੌਰ ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਕੱਲ੍ਹ ਨੂੰ ਸਭ ਤੋਂ ਪਹਿਲਾ ਕੰਮ ਇਹੀ ਹੋਊਗਾ, ਕੈਬਨਿਟ ਮੀਟਿੰਗ ਬੁਲਾਈ ਜਾਊਗੀ, ਬਾਕੀ ਕੰਮ ਬਾਅਦ 'ਚ। ਤੇ ਸਾਫ਼ ਤੌਰ ਤੇ ਜਿਹੜਾ ਇੱਕ ਐਸੀ ਦਿੱਤਾ ਸੀਗਾ ਉਹਨਾਂ ਨੂੰ ਕਿ ਆਖਰਕਾਰ ਤੁਸੀਂ ਇਸ ਤਰ੍ਹਾਂ ਦੇ ਨਾਲ ਯਾਦ ਘੋਸ਼ਿਤ ਕਰ ਦਿਓ ਪੰਜਾਬ ਨੂੰ, ਉਸ ਨੂੰ ਲਾਗੂ ਕਰਾਂਗੇ ਤਾਂ ਕਿ ਪੰਜਾਬ ਦੀ ਕਿਸਾਨੀ ਬਚ ਸਕੇ।